ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धारकर्ता साहिबे सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया है। और इस नवें दिन की जो नवें जन्म समान है इस शाम दुकालंग प्रणासी दयालंग स्वरूपे सदा अंग संगे अपंगं विभूते गुरु गोबिंद सिंह महाराज जी दे मुकद्दस चरण कमलों की खाक दे नाम करना नसीब होया। सतगुरु जी की मेहर का सदका सोदर चौंकी दे कीर्तन रहरास आरती अरदास ते फिर महाराज जी दे पावन हुक्मनामे आप जी ने झोली च पवाए हैं। कुछ समा होर गुरुदेव जी दे महान छेवें जामे गुरु हरगोबिंद साहिब महाराज जी का जीवन दर्शन अमृत जीवन कथड़ियाँ राही गुरु इतिहास विचार गुरु दीदार का बायस बने। एकाग्रता अदब ते आनंद की दात झोली च पै सके। इसलिए जितने माता भ्राता हाजरीन हाजरी पर रहे हो पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे मुबारक चरण कमलों ते टिकिया है ते मेरियां पीरियां दे दाते ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृतमयी फतेह द्वारा सांझ बनाइए। वाहिगुरु जी का खालसा वाहिगुरु जी की फतेह। कल तक प्रेम सहित सरवण करदियां इतना आपने सरवण किया कि साहिब गुरु हरगोबिंद साहिब महाराज जी दे महान आत्म बल दे सागर दया दा सागर हिरदा रखण वाले धन धन साहिब बाबा अटल राय जी ने गुरु पातशाह जी का आदेश प्रवान करदियां कौलसर सरोवर दे किनारे जिहड़ी है साउथ ईस्ट कोण ते बिराज के इशनान करके जपजी साहिब जी का पाठ किया ते फिर चटाई ते लेट के बड़ी सहज नाल अपने प्राण त्याग दिते। महान परोपकार किया
ਔਰ ਵਾਕਈ ਜੇ ਦੂਜੇ ਦਾ ਬੋਝ ਘਟਾਉਣਾ ਹੋਵੇ ਤਾਂ ਉਹ ਬੋਝ ਸਤਿਪੁਰਸ਼ਾਂ ਨੂੰ ਆਪਣੇ ਸਿਰ 'ਤੇ ਲੈਣਾ ਪੈਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਗਤ ਨੂੰ ਕੁਰਸਤੇ ਤੋਂ ਹਟਾਉਣ ਵਾਸਤੇ ਆਪਣੇ ਆਪ ਨੂੰ ਕੁਰਾਈਆ ਖਵਾਉਣਾ ਪ੍ਰਵਾਨ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਵਡਿਆਈ ਹੈ ਕਿ ਦੂਜਿਆਂ ਦਾ ਦੁੱਖ ਹਰਨਾ, ਆਪ ਉਸ ਦੁੱਖ ਨੂੰ ਜਰਨਾ। ਦੁੱਖ ਹਰਤਾ ਏ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਸਤਿਗੁਰੂ ਜੀ ਦੇ ਅਗੰਮੀ ਬੋਲ ਹਨ। ਸਾਰੀ ਦੁਨੀਆ ਦੇ ਗੁਨਾਹਾਂ ਦੀ ਤਪਸ਼ ਜੋ ਬਿਮਾਰੀਆਂ ਬਣ ਕੇ, ਰੋਗ ਬਣ ਕੇ ਔਰ ਅਨੰਤ ਕਸ਼ਟ ਬਣ ਕੇ ਵਾਪਰਨੀ ਸੀ, ਉਸ ਤਪਸ਼ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਰੀਰ 'ਤੇ ਹੰਢਾ ਲਿਆ। ਇਸੇ ਤਰ੍ਹਾਂ ਭਾਰਤ ਦੇ ਧਾਰਮਿਕ ਲੋਕਾਂ ਦਾ ਧਰਮ ਅਤੇ ਜੀਵਨ ਬਚਾਉਣ ਲਈ ਆਪਣਾ ਜੀਵਨ, ਆਪਣਾ ਪਰਿਵਾਰ, ਸਾਰਾ ਕੁਝ ਉਹਨਾਂ ਨੇ ਸਦਕੇ ਕਰ ਦਿੱਤਾ। ਬੜਾ ਮਹਾਨ ਜੀਵਨ ਦਾ ਲਕਸ਼ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਪ੍ਰਗਟ ਕਰਦਾ ਹੈ। ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਔਰ ਰਜ਼ਾ ਵਿੱਚ ਖਲਲ ਨਹੀਂ ਪਾਉਣਾ, ਅਤੇ ਜੋ ਕੁਝ ਹੋਵੇ ਆਪਣੇ ਤਨ 'ਤੇ ਬਰਦਾਸ਼ਤ ਕਰ ਲੈਣਾ। ਉਸੇ ਚੀਜ਼ ਨੂੰ ਬਾਬਾ ਅਟਲ ਰਾਏ ਜੀ ਨੇ ਸਮਝਦਿਆਂ ਹੋਇਆ ਮੋਹਨ ਦੇ ਪ੍ਰਾਣ ਬਚਾਏ, ਅਤੇ ਉਸ ਦੇ ਬਦਲੇ ਵਿੱਚ ਐਸਾ ਨਹੀਂ ਹੈ ਕਿ ਉਹ ਨਹੀਂ ਜਾਣਦੇ ਸਨ ਕਿ ਪ੍ਰਾਣ ਦੇਣੇ ਪੈਣੇ ਹਨ, ਅਤੇ ਬਾਵਜੂਦ ਇਸ ਦੇ ਪ੍ਰਾਣ ਉਹਦੇ ਬਚਾਉਣ ਵਾਸਤੇ, ਉਹਦੇ ਬੁੱਢੇ ਮਾਤਾ ਪਿਤਾ ਦਾ ਸਹਾਰਾ ਬਚਾਉਣ ਲਈ ਆਪ ਉਸ ਦੇ ਘਰ ਗਏ ਅਤੇ ਆਪਣੀ ਖੁੰਡੀ ਨਾਲ ਉਹਦੀ ਗਰਦਨ 'ਚ ਪਾ ਕੇ ਆਖਿਆ, ਉੱਠ, ਬਹਾਨੇ ਕਰ ਰਿਹਾ ਹੈ। ਕੁਛ ਨਹੀਂ ਹੋਇਆ, ਐਵੇਂ ਹੀ ਲੰਮਾ ਪਿਆ ਹੋਇਆ। ਅਤੇ ਫਿਰ ਉਹੀ ਖੁੰਡੀ ਆਪਣੀ ਗਰਦਨ ਥੱਲੇ ਰੱਖ ਕੇ ਅਤੇ ਬਾਬਾ ਅਟਲ ਰਾਏ ਜੀ ਨੇ ਆਪਣੇ ਪ੍ਰਾਣ ਭੇਟਾ ਕਰ ਦਿੱਤੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚੰਦਨ ਦੀ ਚਿਖਾ ਬਣਵਾ ਕੇ ਅੰਤਿਮ ਸੰਸਕਾਰ ਕੀਤਾ। ਸਭ ਸੰਗਤਾਂ ਨੂੰ ਹੌਸਲਾ ਦਿੰਦੇ ਰਹੇ ਔਰ ਬੜੇ ਮਹਾਨ ਬਚਨ ਆਖਿਆ ਸੰਸਾਰ ਵਿੱਚ ਸਭ ਤੋਂ ਮਹਾਨ ਪੂਜਣ ਯੋਗ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਹੈ। ਇੱਕ ਹਰਿਮੰਦਰ ਕੀ ਹੋਏ ਪੂਜਾ, ਪੁਨ ਪੂਜੈ ਤੇਰੋ ਥਲ ਦੂਜਾ। ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਅਟਲ ਜੀ ਤੁਹਾਡਾ ਸਨਮਾਨ ਹੋਵੇਗਾ। ਵਾਕਈ ਅੱਜ ਵੀ ਦੇਖਣ ਵਿੱਚ ਆਇਆ ਕਿ ਸ੍ਰੀ ਦਰਬਾਰ ਸਾਹਿਬ ਜੀ ਦਾ ਕਿਸੇ ਨੂੰ ਸਿੰਘ ਸਾਹਿਬ ਥਾਪਿਆ ਜਾਏ, ਗ੍ਰੰਥੀ ਥਾਪਿਆ ਜਾਏ, ਅਤੇ ਉਹ ਦਰਬਾਰ ਸਾਹਿਬ ਅਰਦਾਸ ਕਰਨ ਤੋਂ ਬਾਅਦ, ਹੁਕਮਨਾਮਾ ਲੈਣ ਤੋਂ ਬਾਅਦ ਫਿਰ ਉਹ ਬਾਬਾ ਅਟਲ ਰਾਏ ਜਾ ਕੇ ਵੀ ਹੁਕਮਨਾਮਾ ਲੈਂਦਾ। ਇਸ ਸਨਮਾਨ ਦਾ ਸਥਾਨ ਸਨਮਾਨ ਅਸਥਾਨ ਦਾ ਨਹੀਂ ਹੈ, ਸਨਮਾਨ ਉਸ ਮਹਾਨ ਪੁਰਖ ਦਾ ਹੈ ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਦਿੱਤਾ। ਸਭ ਨਰ ਨਾਰੀ ਮੰਨੈ ਤੋਹੀ, ਦਰਸਹਿ ਪੂਰ ਕਾਮਨਾ ਹੋਈ। ਇਹ ਬਾਬਾ ਅਟਲ ਜੀ ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ ਕਿ ਗੁਰਸਿੱਖਾਂ ਸਮੇਤ ਸੰਸਾਰ ਦੇ ਸਭ ਇਸਤਰੀ ਪੁਰਸ਼ ਜੋ ਤੁਹਾਡਾ ਸਤਿਕਾਰ ਕਰਨਗੇ, ਉਹਨਾਂ ਦੀਆਂ ਦਰਸ਼ਨ ਕਰਕੇ ਤੁਹਾਡੇ ਅਸਥਾਨ 'ਤੇ ਕਾਮਨਾਵਾਂ ਪੂਰੀਆਂ ਹੋਣਗੀਆਂ, ਉਹਨਾਂ ਦੀਆਂ ਭਾਵਨਾਵਾਂ ਨੂੰ ਫਲ ਲੱਗ ਜਾਏਗਾ, ਤੁਹਾਡਾ ਅਸਥਾਨ ਸੋਨੇ ਨਾਲ ਮੜ੍ਹਿਆ ਜਾਏਗਾ ਔਰ ਸਭ ਤੋਂ ਉੱਚਾ ਸ਼ਹਿਰ ਵਿੱਚ ਤੁਹਾਡਾ ਹੀ ਮਕਾਨ ਹੋਵੇ। ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਭ ਤੋਂ ਉੱਚੀ ਇਮਾਰਤ ਬਾਬਾ ਅਟਲ ਰਾਏ ਜੀ ਦੀ ਹੈ।
ਭਾਵੇਂ ਹੋਰ ਬੜੀਆਂ ਖੂਬਸੂਰਤ ਇਮਾਰਤਾਂ ਹਨ, ਪਰ ਬਾਬਾ ਅਟਲ ਰਾਏ ਜੀ ਤੋਂ ਉੱਚੀ ਹੋਰ ਕੋਈ ਦਿਖਾਈ ਨਹੀਂ ਪੈਂਦੀ। ਔਰ ਜਿਹੜੇ ਸ਼ਰਧਾਵਾਨ ਗੁਰਸਿੱਖ ਨੇ ਉਹਨਾਂ ਨੂੰ ਵੀ ਪਤਾ ਹੈ ਬਈ ਜੇ ਵੱਡੀ ਤੋਂ ਵੱਡੀ ਇਮਾਰਤ ਵੀ ਬਣਾਉਣੀ ਹੋਵੇ, ਪਰ ਬਾਬਾ ਅਟਲ ਰਾਏ ਜੀ ਤੋਂ ਉੱਚੀ ਇਮਾਰਤ ਨਹੀਂ ਬਣਾਉਣੀ। ਇਹ ਸਾਰੇ ਗੁਰਸਿੱਖਾਂ ਨੂੰ ਪਤਾ ਹੈ। ਮਹਾਰਾਜ ਜੀ ਨੇ ਅਨੇਕਾਂ ਹੀ ਵਰਦਾਨ ਦਿੱਤੇ, ਪ੍ਰੇਮਮਈ ਬਚਨ ਆਖੇ, ਔਰ ਇਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ। ਅੱਗੋਂ ਸਰਵਣ ਕਰੀਏ। ਪੇਸ਼ਤਰ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜੀਵਤ ਇਤੇ ਨਹੀਂ ਬਿਦਤਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੰਨਾ ਚਿਰ ਸਰੀਰ ਵਿੱਚ ਤੁਸੀਂ ਰਹੇ ਹੋ, ਇਤਨਾ ਸੰਸਾਰ ਤੇ ਜਾਣੇ ਨਹੀਂ ਗਏ, ਇਤਨਾ ਸੰਸਾਰ ਤੁਹਾਨੂੰ ਪਛਾਣ ਨਹੀਂ ਸਕਿਆ। ਜੀਤੋ ਜਗਤ ਮਹਿ ਤੂੰ ਪ੍ਰਗਟਾਵੈ। ਜਿੰਨਾ ਚਿਰ ਸੰਸਾਰ ਜਿਉਂਦਾ ਰਹੇਗਾ, ਇਤਨਾ ਨਹੀਂ ਜਾਣਿਆ ਜਾਏਗਾ। ਔਰ ਸੰਸਾਰ ਦੇ ਜਿੰਨੇ ਤੁਸੀਂ ਪ੍ਰਸਿੱਧ ਹੋਵੋਗੇ, ਇੰਨਾ ਪ੍ਰਸਿੱਧ ਹੋਰ ਕੋਈ ਨਹੀਂ ਹੋਵੇਗਾ। ਇਸ ਪੁਰ ਕੋ ਸੂਬਾ ਵੱਡ ਹੋਇਓ। ਇਸ ਮਹਾਨ ਦੇਸ਼ ਦਾ ਤੂੰ ਸੂਬੇਦਾਰ ਹੋਇਆ, ਭਾਵ ਸਭ ਤੋਂ ਸਨਮਾਨ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦਾ। ਤੋ ਸਾਮਨਹਿ ਪ੍ਰਤਾਪ ਕਿਸ ਜੋਇਓ। ਤੇਰੇ ਵਰਗਾ ਪ੍ਰਤਾਪ ਬਾਬਾ ਅਟਲ ਜੀ ਹੋਰ ਕਿਸੇ ਦਾ ਨਹੀਂ ਦੇਖਣ ਵਿੱਚ ਆਇਆ। ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਕਿਉਂ ਆਖ ਰਹੇ? ਕਿਉਂਕਿ ਉਹਨਾਂ ਨੇ ਆਪਣੇ ਪ੍ਰਾਣ ਦੇ ਕੇ, ਭੇਟਾ ਕਰਕੇ, ਤੇ ਬਜ਼ੁਰਗ ਮਾਤਾ ਪਿਤਾ ਦੇ ਆਸਰਾ ਬਣਨ ਵਾਲੇ ਮੋਹਨ ਜੀ ਨੂੰ ਪ੍ਰਾਣ ਦਾਨ ਦਿੱਤੇ ਹਨ। ਵਿਧੀ ਚਾਂਦ ਤਬ ਕਹਿਓ ਬਨਾਏ। ਫਿਰ ਇਸ ਤਰ੍ਹਾਂ ਬਹੁਤ ਪ੍ਰੇਮ ਸਹਿਤ ਬਾਬਾ ਬਿਧੀ ਚੰਦ ਜੀਆਂ ਨੇ ਆਖਿਆ, ਥਾਨ ਇਕਾ ਕੀ ਇਹ ਲਖ ਪਾਏ। ਮਹਾਰਾਜ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ, ਐਸੀ ਮਿਹਰ ਕਰੋ ਕਿ ਇਸ ਅਸਥਾਨ ਵਰਗਾ ਹੋਰ ਅਸਥਾਨ ਕੋਈ ਨਾ ਹੋਵੇ। ਇਹ ਇੱਕੋ ਹੀ ਅਸਥਾਨ ਹੋਵੇ, ਇਸ ਅਸਥਾਨ ਵਰਗਾ, ਇਸ ਦੀ ਮਹਿਮਾ ਵਰਗਾ, ਇਸ ਦੀ ਹੀ ਮਹਿਮਾ ਹੋਵੇ। ਨਹੀਂ ਨਿਕਟ ਕੇ ਅਪਰ ਸਥਾਨਾ। ਹੋਰ ਕੋਈ ਅਸਥਾਨ ਨੇੜੇ ਤੇੜੇ ਦਾ ਇਹਨਾਂ ਦੇ ਬਰਾਬਰ ਨਾ ਹੋਵੇ। ਸੁਨ ਸ੍ਰੀ ਹਰਿ ਗੋਬਿੰਦ ਬਖਾਨਾ। ਫਿਰ ਬਾਬਾ ਬਹਾਦਰ ਸਾਹਿਬ ਬਿਧੀ ਚੰਦ ਜੀ ਦੇ ਕੋਲੋਂ ਸੁਣ ਕੇ ਪ੍ਰਾਰਥਨਾ, ਤੇ ਮਹਾਰਾਜ ਮੇਰੀਆਂ ਪੀਰੀਆਂ ਦੇ ਦਾਤੇ, ਬਾਜਾਂ ਵਾਲੇ, ਕਲਗੀਆਂ ਵਾਲੇ ਸਾਹਿਬ ਇਸ ਤਰ੍ਹਾਂ ਆਖਣ ਲੱਗੇ, ਦੁਰਲਭ ਹੋਏ ਪਾਏ ਹੈ ਕੋਈ। ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਕੋਈ ਦੁਰਲਭ ਵਸਤੂ, ਕੋਈ ਦੁਰਲਭ ਮਹਾਨ ਪੁਰਖ ਹੋਵੇਗਾ ਜੋ ਪ੍ਰਾਪਤ ਕਰੇਗਾ। ਬ੍ਰਿੰਦ ਮ੍ਰਿਤਕ ਕੋ ਥਲ ਹੋਏ ਸੋਈ। ਇਹ ਜਿਹੜਾ ਸਥਾਨ ਹੈ, ਇੱਥੇ ਆ ਕੇ ਜੇ ਕੋਈ ਸੰਸਕਾਰ ਕਰੇਗਾ ਕਿਸੇ ਪ੍ਰਾਣੀ ਦਾ, ਤੇ ਉਸ ਦਾ ਵੀ ਭਲਾ ਹੋ ਜਾਏਗਾ। ਜੋ ਇਹ ਠਾ ਸਭ ਦਾਹਿ ਕਰਾਏ। ਜਿਹੜਾ ਕੋਈ ਇੱਥੇ ਆ ਕੇ ਆਪਣੇ ਸਰੀਰ ਦਾ, ਜਿਸ ਦਾ ਸੰਸਕਾਰ ਹੋਵੇਗਾ, ਅਟਲ ਰਾਏ ਤੇ ਬਨ ਹੈ ਸਹਾਏ। ਤੇ ਬਾਬਾ ਅਟਲ ਰਾਏ ਜੀ ਉਹਦੀ ਸਹਾਇਤਾ ਕਰਨਗੇ। ਜਿਹਦੇ ਸਰੀਰ ਦਾ ਉੱਥੇ ਸੰਸਕਾਰ ਹੋਵੇਗਾ। ਇਤਿਆਦਕ ਬਰ ਕਹਿ ਕਰ ਬ੍ਰਿੰਦ। ਇਸ ਬਚਨ ਕਰਕੇ ਬਹੁਤ ਸਾਰੇ ਰਾਜੇ ਮਹਾਰਾਜੇ ਤੇ ਹੋਰ ਸਿੱਖਾਂ ਦੇ ਉੱਥੇ ਸੰਸਕਾਰ ਵੀ ਹੁੰਦੇ ਨੇ। ਪਰ ਕਾਫੀ ਅਰਸਾ ਪਹਿਲਾਂ ਗੁਰੂ ਪੰਥ ਨੇ ਮਿਲ ਕੇ ਇਹ ਜਿਹੜੀ ਕਿਰਿਆ ਸੀ, ਅਰਦਾਸ ਕਰਕੇ ਵੀ ਉੱਥੇ ਆ ਕੇ ਸੰਸਕਾਰ ਕਰਨਾ, ਫਿਰ ਸਮਾਧੀਆਂ ਬਣਾਉਣੀਆਂ, ਫਿਰ ਯਾਦਾਂ ਬਣਾਉਣੀਆਂ। ਗੁਰੂ ਪੰਥ ਨੇ ਸਾਰੇ ਨੇ ਮਿਲ ਕੇ ਵਿਚਾਰ ਕਰਕੇ ਉਹ ਪ੍ਰਥਾ ਬੰਦ ਕਰਵਾ ਦਿੱਤੀ। ਤੇ ਇਸ ਵਿੱਚ ਕੋਈ ਹਰਜ਼ ਨਹੀਂ ਹੈ। ਗੁਰੂ ਪੰਥ ਗੁਰੂ ਦਾ ਹੀ ਰੂਪ ਹੈ। ਪੰਜ ਸਿੰਘਾਂ ਨੂੰ ਮਹਾਰਾਜ ਜੀ ਨੇ ਬਲ ਦਿੱਤਾ ਹੋਇਆ। ਪੰਜ ਪਿਆਰੇ ਸਾਹਿਬਾਨ ਮਿਲ ਕੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਜੋ ਆਗਿਆ ਕਰਦੇ ਨੇ, ਉਹ ਮੰਨਣ ਯੋਗ ਹੁੰਦੀ। ਜੇ ਇਸ ਤਰ੍ਹਾਂ ਨਾ ਕੀਤਾ ਜਾਂਦਾ ਤਾਂ ਸ਼ਾਇਦ ਸਾਰੇ ਸਮਾਧੀਆਂ ਹੀ ਸਮਾਧੀਆਂ ਬਣ ਜਾਂਦੀ। ਭਾਵੇਂ ਉਹਨਾਂ ਬਜ਼ੁਰਗਾਂ ਦੀਆਂ ਯਾਦਾਂ ਦਾ ਸਨਮਾਨ ਕਰਨਾ ਫਰਜ਼ ਹੈਗਾ ਹੈ,
ਉਹਨਾਂ ਨੂੰ ਯਾਦ ਰੱਖਣਾ ਫਰਜ਼ ਹੈਗਾ, ਪਰ ਵੱਖਰੀਆਂ ਵੱਖਰੀਆਂ ਸਮਾਧੀਆਂ ਬਣਾਉਣੀਆਂ ਤੇ ਫਿਰ ਉਸ ਵਿੱਚ ਜਗ੍ਹਾ ਸਾਰੀ ਘਿਰ ਜਾਂਦੀ ਹੈ, ਥਾਂ ਨਹੀਂ ਮਿਲਦਾ। ਇਸ ਕਰਕੇ ਪੰਥ ਨੇ ਉਹ ਪ੍ਰਥਾ ਜਿਹੜੀ ਸੀ ਉਹ ਬੇਨਤੀ ਕਰਕੇ ਬੰਦ ਕਰ ਦਿੱਤੀ। ਸਭ ਤ੍ਰਿਤ ਦੇਸੀ ਹਰਿ ਗੋਬਿੰਦ। ਇਸ ਤਰ੍ਹਾਂ ਬਹੁਤ ਸਾਰੇ ਮਹਾਨ ਬਚਨ ਆਖੇ ਤੇ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧੀਰਜ ਦਿੱਤੀ। ਆਖਿਆ ਰੁਦਨ ਨਾ ਕਰੋ ਕੋਈ, ਮ੍ਰਿਤਕ ਕਿਰਿਆ ਕਰਵਾਏ ਜੋ ਸਭੈ। ਔਰ ਜੋ ਸਾਰੀ ਕਿਰਿਆ ਪ੍ਰਾਣੀ ਦੇ ਚਲਾਣੇ ਤੋਂ ਬਾਅਦ ਹੁੰਦੀ, ਉਹ ਸਾਰੀ ਕਿਰਿਆ ਜਿਵੇਂ ਸਹਿਜ ਪਾਠ ਦਾ ਭੋਗ, ਕੀਰਤਨ ਆਦਿਕ ਸਮਾਗਮ, ਉਹ ਸਾਰਾ ਮਹਾਰਾਜ ਜੀ ਨੇ ਆਪ ਕਰਵਾਇਆ ਵਿੱਚ ਹੋ ਕੇ। ਸ਼ਬਦ ਰਬਾਬੀ ਗਾਇਓ ਤਬੈ। ਤੇ ਫਿਰ ਮਹਾਰਾਜ ਜੀ ਦੇ ਸਹਿਜ ਪਾਠ ਦੇ ਭੋਗ ਤੋਂ ਬਾਅਦ ਗੁਰੂ ਕੇ ਕੀਰਤਨੀਆਂ ਨੇ ਜੋ ਰਬਾਬ ਨਾਲ ਕੀਰਤਨ ਕਰਦੇ ਸੀ, ਬੜਾ ਲੰਬਾ ਸਮਾਂ ਗੁਰੂ ਘਰ ਵਿੱਚ ਇਹ ਪ੍ਰਥਾ ਰਹੀ ਹੈ ਬਈ ਰਬਾਬ ਨਾਲ ਕੀਰਤਨ ਕੀਤਾ ਜਾਂਦਾ ਸੀ। ਰਬਾਬ ਇੱਕ ਇਹੋ ਜਿਹਾ ਸਾਜ਼ ਹੈ ਜਿਸ ਦੇ ਨਾਲ ਤਾਲ ਦੇਣ ਵਾਸਤੇ ਦੂਸਰੇ ਸਾਜ਼ ਦੀ ਲੋੜ ਨਹੀਂ ਪੈਂਦੀ। ਜਿਵੇਂ ਕੋਈ ਸਿਤਾਰ ਨਾਲ ਅਗਰ ਕਰੇ ਜਾਂ ਹਾਰਮੋਨੀਅਮ ਨਾਲ ਆਪ ਪ੍ਰਥਾ ਪ੍ਰਚਲਨ ਹੈ ਤੇ ਤਾਲ ਦੇਣ ਵਾਸਤੇ ਨਾਲ ਤਬਲਾ ਜਾਂ ਢੋਲਕ ਹੀ ਰੱਖਣਾ ਪੈਂਦਾ। ਰਬਾਬ ਦੁਨੀਆ ਦਾ ਇੱਕ ਇਹੋ ਜਿਹਾ ਸਾਜ਼ ਹੈ ਜਿਸ ਦਾ ਦੂਜੇ ਤਾਲ ਦੇਣ ਵਾਲੇ ਸਾਜ਼ ਦੇ ਸਾਥ ਦੀ ਲੋੜ ਨਹੀਂ ਹੁੰਦੀ। ਉਸ ਵਿੱਚੋਂ ਹੀ ਸੁਰ ਵੀ ਤੇ ਤਾਲ ਵੀ ਇਕੱਠਾ ਨਿਕਲਦਾ। ਬੜਾ ਲੰਬਾ ਸਮਾਂ ਗੁਰੂ ਘਰ ਵਿੱਚ ਰਬਾਬ ਨਾਲ ਕੀਰਤਨ ਦੀ ਪ੍ਰਥਾ ਚੱਲਦੀ ਰਹੀ ਔਰ ਰਬਾਬ ਨਾਲ ਕੀਰਤਨ ਕਰਨ ਵਾਲਿਆਂ ਨੂੰ ਰਬਾਬੀ ਕਹਿੰਦੇ ਸੀ। ਜਿਵੇਂ ਅੱਜ ਕੱਲ੍ਹ ਰਾਗੀ ਕਹਿ ਦਿੰਦੇ ਨੇ, ਭਾਵੇਂ ਰਾਗ ਵਿੱਚ ਗਾਇਨ ਕਰਨ ਵਾਲੇ ਤੇ ਮੈਂ ਅਰਜ਼ ਕਰਾਂ ਹੈ ਨੇ ਬਹੁਤ ਸਾਰੇ, ਪਰ ਸਮਝਣ ਵਾਲੇ ਘੱਟ ਹੋਣ ਕਰਕੇ ਹੌਲੀ ਹੌਲੀ ਇਹ ਜਿਹੜੀਆਂ ਰੀਤਾਂ ਨੇ ਆਮ ਰੀਤਾਂ ਵਿੱਚ ਗਾਉਣ ਲੱਗ ਪਏ। ਫਿਰ ਕਈਆਂ ਨੇ ਤੇ ਬਿਲਕੁਲ ਧੱਜੀਆਂ ਹੀ ਉਡਾ ਦਿੱਤੀ। ਉਹਨਾਂ ਕਿਹਾ ਸੁਰ ਤਾਲ ਕੀ ਹੁੰਦੀ ਹੈ, ਦੋ ਸੁਰਾਂ 'ਤੇ ਹੱਥ ਰੱਖ ਕੇ ਹੀ ਮੈਂ ਅਰਜ਼ ਕਰਾਂ ਉਹ ਕੀਰਤਨ ਕਰਦੇ ਦਿਖਾਈ ਪੈਂਦੇ। ਚਲੋ ਬਾਣੀ ਪੜ੍ਹਦੇ, ਪਰ ਇਹ ਰਾਗੀ ਜਾਂ ਰਬਾਬੀ ਇਹ ਕਿਸੇ ਖਾਸ ਬਿਰਾਦਰੀ ਦਾ ਨਾਮ ਨਹੀਂ ਹੈ। ਇਹ ਰਾਗ ਵਿੱਚ ਕੀਰਤਨ ਕਰਨ ਕਰਕੇ ਰਾਗੀ ਤੇ ਰਬਾਬ ਨਾਲ ਕੀਰਤਨ ਕਰਨ ਕਰਕੇ ਰਬਾਬੀ ਸ਼ਬਦ ਹੈ। ਭਾਈ ਮਰਦਾਨਾ ਜੀ ਨੂੰ ਜਿਹੜਾ ਰਬਾਬੀ ਕਿਹਾ ਜਾਂਦਾ ਉਹ ਜਾਤ ਕਰਕੇ ਨਹੀਂ ਕਿਹਾ ਜਾਂਦਾ, ਉਹ ਰਬਾਬ ਨਾਲ ਕੀਰਤਨ ਕਰਨ ਕਰਕੇ। ਜਿਸ ਤਰ੍ਹਾਂ ਕਵੀ ਕੋਈ ਜਾਤ ਨਹੀਂ ਹੁੰਦੀ, ਉਹ ਕਵਿਤਾ ਰਚਨ ਵਾਲਾ ਹੁੰਦਾ ਇਸ ਲਈ ਕਵੀ ਕਹਿ ਦਿੰਦੇ। ਬਿਲਕੁਲ ਇਸੇ ਤਰ੍ਹਾਂ ਸੰਗੀਤਕਾਰ ਕੋਈ ਜਾਤ ਨਹੀਂ ਹੁੰਦੀ। ਇਹ ਖਾਮਖਾ ਲੋਕਾਂ ਨੇ ਜਾਤਾਂ ਬਣਾਈਆਂ ਹੋਈਆਂ ਹਨ। ਆ ਕੇ ਰਬਾਬੀ ਰਬਾਬ ਨਾਲ ਕੀਰਤਨ ਕਰਨ ਵਾਲੇ ਗੁਰਸਿੱਖਾਂ ਨੇ ਮਹਾਰਾਜ ਦੀ ਹਾਜ਼ਰੀ ਵਿੱਚ ਕੀਰਤਨ ਕੀਤਾ। ਸਰੰਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਆਪ ਖੁਦ ਕੀਰਤਨ ਗਾਉਂਦੇ ਰਹੇ ਨੇ ਔਰ ਆਪ ਦੀ ਗਾਇਨ ਸ਼ੈਲੀ ਜਿਹੜੀ ਹੈ ਉਹ ਬਹੁਤ ਉੱਚੀ ਆਵਾਜ਼ ਪੰਚਮ ਵਿੱਚ ਢਾਡੀਆਂ ਦੀ ਤਰ੍ਹਾਂ ਸੀ, ਕਿਉਂਕਿ ਆਪ ਜੀ ਨੇ ਵਾਰਾਂ ਰਚੀਆਂ ਹਨ ਤੇ ਵਾਰਾਂ ਅਕਸਰ ਢਾਡੀ ਗਾਉਂਦੇ ਸਨ। ਸਰੰਦਾ ਆਪ ਵਜਾ ਕੇ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਢਾਡੀਆਂ ਵਾਂਗੂ ਉੱਚੀ ਆਵਾਜ਼ ਵਿੱਚ ਬਹੁਤ ਸੁਰੀਲੇ ਅੰਦਾਜ਼ ਵਿੱਚ ਕੀਰਤਨ ਕਰਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਗਜ਼ ਨਾਲ ਵੱਜਣ ਵਾਲਾ ਸਾਜ਼ ਤਾਊਸ ਆਪ ਨਿਰਮਿਤ ਕਰਾਇਆ, ਆਪ ਬਣਵਾਇਆ। ਇਸ ਤਰ੍ਹਾਂ ਸਾਜਨ ਦੇ ਵਜਨ ਦੇ ਔਰ ਇਸ ਤਰ੍ਹਾਂ ਰਾਗੀ ਰਬਾਬੀ ਇਹ ਕੋਈ ਬਿਰਾਦਰੀ ਦਾ ਨਾਮ ਨਹੀਂ ਹੈ, ਬਸ ਉਸ ਨਾਲ ਕੀਰਤਨ ਕਰਨ ਕਰਕੇ ਆਖਿਆ ਜਾ। ਜਿਵੇਂ ਕਥਾਵਾਚਕ ਕੋਈ ਬਿਰਾਦਰੀ ਦਾ ਨਾਮ ਥੋੜ੍ਹੀ। ਗੁਰੂ ਸ਼ਬਦ ਦੀ ਕੋਈ ਕਥਾ ਸੁਣਾਵੇ ਤੇ ਮਹਾਰਾਜ ਉਸ ਨੂੰ ਮਾਣ ਦੇ ਦਿੰਦੇ ਹਨ। ਗ੍ਰੰਥੀ ਕਿਸੇ ਬਿਰਾਦਰੀ ਦਾ ਨਾਮ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ, ਸੇਵਾ ਭਾਵ ਕਰਨ ਨਾਲ ਸੇਵਾ ਕਰਨ ਵਾਲਾ, ਹਾਜ਼ਰ ਨਾਜ਼ਰ ਜਾਣ ਕੇ ਸਜਦਾ ਕਰਨ ਵਾਲਾ, ਪਾਠ ਕਰਨ ਵਾਲਾ, ਉਹਨੂੰ ਅਸੀਂ ਗ੍ਰੰਥੀ ਕਹਿ ਦਿੰਦੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਸਮਰਪਿਤ ਹੁੰਦਾ ਹੈ। ਇਸੇ ਤਰ੍ਹਾਂ ਗ੍ਰੰਥੀ ਵੀ ਕਿਸੇ ਬਿਰਾਦਰੀ ਦਾ ਨਾਮ ਨਹੀਂ। ਮਹਾਰਾਜ ਜੀ ਦੇ ਕੋਲ ਉਹ ਸਿੱਖ ਆਉਂਦੇ ਸਨ ਜੋ ਰਬਾਬ ਨਾਲ ਕੀਰਤਨ ਕਰਦੇ ਸਨ ਔਰ ਉਹਨਾਂ ਨੇ
ਆ ਕੇ ਕੀਰਤਨ ਕੀਤਾ, ਬਾਣੀ ਗਾਈ ਹੈ। ਸੋਰੈ ਸਤ 85 ਜਾਨ, ਇਹ ਸੰਮਤ 1685 ਦਾ ਜ਼ਿਕਰ ਹੈ। ਬਦੀ ਅਸੋਜ ਸੋ ਦਸਵੀਂ ਮਾਨ, ਤੇ ਅੱਸੂ ਦੀ 10ਵੀਂ ਸੀ, ਅੱਸੂ ਵਦੀ 10ਵੀਂ, ਜਿਸ ਦਿਨ ਦਾ ਇਹ ਵਾਕਿਆ ਹੈ। ਅਟਲ ਰਾਏ ਨਿਜ ਸਦਨ ਪਿਆਨੇ, ਤੇ ਧੰਨ ਧੰਨ ਬਾਬਾ ਅਟਲ ਰਾਏ ਜੀ ਆਪਣੇ ਨਿਜ ਘਰ ਪਾਰ ਬ੍ਰਹਮ ਪਰਮੇਸ਼ਵਰ ਦਾ ਨਿਵਾਸ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਇਸ ਤਰ੍ਹਾਂ ਆਪ ਆਪਣੇ ਨਿਜ ਘਰ ਸੱਚਖੰਡ ਜਾ ਬਿਰਾਜੇ। ਅਬਲੋ ਮਹਿਮਾ ਥਾਨ ਮਹਾਨੇ, ਤੇ ਭਾਈ ਸਾਹਿਬ ਲਿਖਦੇ ਨੇ ਵੀ ਹੁਣ ਤੱਕ ਉਸ ਅਸਥਾਨ ਦੀ ਮਹਾਨ ਮਹਿਮਾ ਹੈ ਬਾਬਾ ਅਟਲ ਰਾਏ ਜੀ ਦੀ, ਬਲਕਿ ਉਸ ਨਾਲ ਤੇ ਇੱਕ ਅਖਾਣ ਵੀ ਜੁੜਿਆ ਹੋਇਆ ਹੈ ਬਈ ਬਾਬਾ ਅਟਲ ਪੱਕੀਆਂ ਪਕਾਈਆਂ ਕਰ ਲੰਗਰ ਵਰਤਦੇ ਰਹਿੰਦੇ ਹਨ। ਜਦ ਵੀ ਆਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੇਵਾ ਲਈ ਜਾਓ, ਦਰਸ਼ਨ ਲਈ ਜਾਓ, ਇਸ਼ਨਾਨ ਕਰਨ ਜਾਓ, ਤੇ ਨਾਲ ਹੀ ਮੰਜੀ ਸਾਹਿਬ ਦੀਵਾਨ ਅਸਥਾਨ ਦੇ ਨਾਲ ਹੀ ਬਾਬਾ ਅਟਲ ਰਾਏ ਜੀ ਦਾ ਅਟਲ ਅਸਥਾਨ ਹੈ। ਉੱਥੇ ਜਾ ਕੇ ਜ਼ਰੂਰ ਹੀ ਦੇਗ ਕਰਾਓ, ਜ਼ਰੂਰ ਹੀ ਮੱਥਾ ਟੇਕੋ ਤੇ ਗੁਰੂ ਪਾਤਸ਼ਾਹ ਦੀਆਂ ਅਸੀਸਾਂ ਪ੍ਰਾਪਤ ਕਰੋ। ਮਹਾਰਾਜ ਜੀ ਦਾ ਬਚਨ ਹੈ ਕਿ ਜੋ ਇੱਥੇ ਆਵੇਗਾ ਉਹਦੀਆਂ ਅਰਦਾਸਾਂ ਸੁਣੀਆਂ ਜਾਣਗੀਆਂ, ਉਹਦੀਆਂ ਭਾਵਨਾਵਾਂ ਨੂੰ ਫਲ ਲੱਗੇਗਾ। ਅੱਗੇ ਸਰਵਣ ਕਰੀਏ। ਦੋਹਰਾ ਕਰ ਸਨਾਨ ਸਤਿਗੁਰੂ ਆਏ, ਬੈਠੇ ਲਾਏ ਦੀਵਾਨ। ਮਹਾਰਾਜ ਸੱਚੇ ਪਾਤਸ਼ਾਹ ਇਸ਼ਨਾਨ ਆਦਿ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਵਿੱਚ ਆ ਬਿਰਾਜੇ ਹਨ। ਸੁਨ ਸੁਨ ਸੁਧ ਅਚਰਜ ਕਰਤ, ਕਿਆ ਹੋਏ ਗਈ ਮਹਾਨ। ਜਿਸ ਨੂੰ ਪਤਾ ਲੱਗਦਾ ਹੈ ਵੀ ਇਸ ਤਰ੍ਹਾਂ ਆਪਣੇ ਸਾਥੀ ਮੋਹਨ ਜੀ ਦੇ ਪ੍ਰਾਣ ਬਚਾਉਣ ਲਈ, ਦੇਖੋ ਉਹਨਾਂ ਦੇ ਰਿਸ਼ਤੇਦਾਰ ਨਹੀਂ ਹੈਗੇ, ਕੋਈ ਗੁਰਸਿੱਖੀ ਦਾ ਤੇ ਸਿੱਖੀ ਦਾ ਵੀ ਨਾਤਾ ਨਹੀਂ ਕਿ ਬਾਬਾ ਅਟਲ ਜੀ ਉਹਨਾਂ ਦੇ ਗੁਰੂ ਨੇ ਤੇ ਉਹ ਉਹਨਾਂ ਦੇ ਸਿੱਖ ਨੇ। ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਭ ਦੇ ਗੁਰੂ, ਸ਼ਬਦ ਗੁਰੂ ਹੈ। ਤੇ ਬਾਬਾ ਅਟਲ ਜੀ ਦਾ ਨਾਤਾ ਕੀ ਹੈ? ਬਸ ਨਾਲ ਖੇਲਣ ਆਉਂਦਾ, ਹੋਰ ਕੋਈ ਨਾਤਾ ਨਹੀਂ, ਨਾਲ ਖੇਲਣ ਆਉਂਦਾ ਹੈ। ਤੇ ਜੇ ਖੇਲਣ ਵਾਲੇ ਵਾਸਤੇ ਗੁਰੂ ਨਾਨਕ ਦਾ ਘਰ ਉਹਦੇ ਪ੍ਰਾਣ ਬਚਾਉਣ ਲਈ ਆਪਣੇ ਪ੍ਰਾਣ ਤੱਕ ਦੇ ਸਕਦਾ ਹੈ, ਤੇ ਜਿਨ੍ਹਾਂ ਦਾ ਤੁਹਾਡਾ ਨਾਤਾ ਗੁਰੂ ਤੇ ਸਿੱਖ ਦਾ ਹੈ, ਮਹਾਰਾਜ ਦੇ ਘਰ ਆਉਂਦੇ ਹੋ, ਬੈਠਦੇ ਹੋ, ਬਾਣੀ ਪੜ੍ਹਦੇ ਹੋ, ਸੇਵਾ ਕਰਦੇ ਹੋ, ਆਪਣੇ ਸਵਾਸ ਜਪਦਿਆਂ ਹੋਇਆਂ ਭੇਟਾ ਕਰਦੇ ਹੋ, ਤੇ ਤੁਹਾਨੂੰ ਸਤਿਗੁਰੂ ਪਾਤਸ਼ਾਹ ਕਿਵੇਂ ਕਸ਼ਟ ਆਉਣ ਦੇਣਗੇ? ਮਹਾਰਾਜ ਸਾਡੇ ਕਸ਼ਟ ਨਿਵਾਰਦੇ ਰਹਿੰਦੇ ਨੇ। ਸਾਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਮਹਾਰਾਜ ਨੇ ਸਾਡਾ ਕਿਹੜਾ ਕਸ਼ਟ ਨਿਵਾਰ ਦਿੱਤਾ ਹੈ। ਵਾਕਈ ਮੋਹਨ ਨੂੰ ਇਹ ਪਤਾ ਨਹੀਂ ਸੀ ਕਿ ਜਿਨ੍ਹਾਂ ਦੇ ਨਾਲ ਮੈਂ ਖੇਲਦਾ ਪਿਆ ਹਾਂ, ਇਹਨਾਂ ਨੇ ਮੇਰੀ ਮੌਤ ਦਾ ਵੀ ਕਸ਼ਟ ਨਿਵਾਰ ਦੇਣਾ। ਇਹ ਬਾਬਾ ਅਟਲ ਰਾਏ ਜੀ ਨੂੰ ਪਤਾ ਸੀ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਸੀ। ਸਾਨੂੰ ਨਹੀਂ ਪਤਾ ਹੁੰਦਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਕਿਹੜੇ ਕਿਹੜੇ ਕਸ਼ਟ ਨਿਵਾਰ ਦਿੰਦੇ ਨੇ, ਸਾਡੇ ਕਿਹੜੇ ਕਿਹੜੇ ਦੁੱਖਾਂ ਦਾ ਨਾਸ਼ ਕਰ ਦਿੰਦੇ ਨੇ, ਸਾਡੇ ਕਿਹੜੇ ਕਿਹੜੇ ਅਨੰਤ ਜਨਮਾਂ ਦੇ ਪਾਪ ਜਦੋਂ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨਿਵਾਰ ਦਿੰਦੇ ਨੇ। ਇੱਕ ਜੈਕਾਰਾ ਗੁਰੂ ਮਹਿਮਾ ਵਿੱਚ ਸਾਰੇ ਮਿਲ ਕੇ ਗਜਾਓ। ਸਤਿਗੁਰੂ ਪਾਤਸ਼ਾਹ ਜਾਣਦੇ ਨੇ, ਅਸੀਂ ਨਹੀਂ ਜਾਣਦੇ ਹੁਣ। ਇਸ ਲਈ ਸਤਿਗੁਰੂ ਨੂੰ ਅੰਤਰਯਾਮੀ ਕਹਿੰਦੇ ਨੇ। ਅੰਤਰਜਾਮੀ ਸੋ ਪ੍ਰਭ ਪੂਰਾ, ਉਹ ਸਾਡੀ ਹਰ ਭਾਵਨਾ ਨੂੰ ਜਾਣਦੇ ਨੇ। ਪਰ ਐਸਾ ਹੈ ਸਾਧ ਸੰਗਤ, ਭਾਵੇਂ ਸਾਨੂੰ ਨਾ ਪਤਾ ਹੋਵੇ, ਜਿਵੇਂ ਬੇਹੋਸ਼ ਪਿਆ ਮਰੀਜ਼ ਹੁੰਦਾ ਹੈ ਨਾ, ਉਹਨੂੰ ਨਹੀਂ ਪਤਾ ਹੁੰਦਾ ਵੀ ਮੈਂ ਘਰ ਵਿੱਚ ਹਾਂ ਕਿ ਹਸਪਤਾਲ ਵਿੱਚ ਹਾਂ, ਮੇਰਾ ਇਲਾਜ ਕੌਣ ਕਰ ਰਿਹਾ ਹੈ ਤੇ ਕੌਣ ਨਹੀਂ ਕਰ ਰਿਹਾ, ਮੈਨੂੰ ਕਿਹੜੀ ਕਿਹੜੀ ਮੈਡੀਕੇਸ਼ਨ ਦਿੱਤੀ ਜਾ ਰਹੀ ਹੈ
ਪਰ ਬੇਹੋਸ਼ ਪਏ ਨੂੰ ਵੀ ਦਵਾਈਆਂ ਅਸਰ ਕਰਦੀਆਂ ਹਨ, ਡਾਕਟਰ ਉਹਦਾ ਇਲਾਜ ਕਰਦਾ ਹੈ। ਇਸੇ ਤਰ੍ਹਾਂ ਸਾਨੂੰ ਭਾਵੇਂ ਸੰਸਾਰ ਦੇ ਪਦਵੀਆਂ ਦੇ ਨਸ਼ੇ ਵਿੱਚ ਅਸੀਂ ਬੇਹੋਸ਼ ਹੋਏ ਹੋਈਏ, ਧਨ ਦੇ ਰੂਪ ਦੇ ਔਰ ਜਵਾਨੀ ਦੇ ਨਸ਼ੇ ਵਿੱਚ ਬੇਹੋਸ਼ ਹੋਏ ਹੋਈਏ, ਬਾਵਜੂਦ ਇਸ ਦੇ ਜਦੋਂ ਅਸੀਂ ਸਤਿਗੁਰੂ ਜੀ ਦੇ ਚਰਨ ਕਮਲਾਂ 'ਚ ਨਮਸਕਾਰ ਕਰਦੇ ਹਾਂ, ਆ ਕੇ ਸੰਗਤ ਵਿੱਚ ਬੈਠਦੇ ਹਾਂ, ਤੇ ਗੁਰੂ ਬਾਬਾ ਸਾਡੇ ਅਨੇਕਾਂ ਹੀ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ, ਸਾਡੇ ਹਿਰਦੇ ਨੂੰ ਬਰਕਤ ਨਾਲ ਨਿਵਾਸ ਦਿੰਦਾ ਹੈ। ਜਿਵੇਂ ਬਾਬੇ ਮੋਹਨ ਜੀ ਨੂੰ ਨਹੀਂ ਪਤਾ ਕਿ ਬਾਬਾ ਅਟਲ ਜੀ ਮੇਰੇ ਕਿਹੜੇ ਦੁੱਖ ਨਿਵਾਰ ਦੇਣਗੇ, ਮੇਰੇ ਘਰ ਵਿੱਚ ਮੌਤ ਦਾ ਮਾਤਮ ਹੋਵੇਗਾ ਪਰ ਮਿਹਰ ਦੀ ਬਰਸਾਤ ਕਰ ਦੇਵਣਗੇ, ਇਹ ਨਹੀਂ ਪਤਾ ਸੀ। ਅਗਲੀ ਕਥਾ ਸਰਵਣ ਕਰੀਏ। ਚੋਪਈ ਪੁਰ ਜਨ ਊਚ ਨੀਚ ਤਬ ਆਏ। ਬਹੁਤ ਸਾਰੇ ਸੁਣ ਕੇ ਆ ਰਹੇ ਹਨ ਤੇ ਕਹਿੰਦੇ ਨੇ ਮਹਾਰਾਜ ਇਹ ਕੀ ਅਸਚਰਜ ਖੇਡ ਵਰਤ ਗਈ ਹੈ। ਬੜੀ ਥੋੜੀ ਉਮਰ ਵਿੱਚ ਬਾਬਾ ਅਟਲ ਜੀ ਚਲਾਣਾ ਕਰ ਗਏ ਹਨ ਔਰ ਸਾਰੇ ਨਗਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਮੀਰ ਗਰੀਬ ਸਾਰੇ ਆਏ ਹਨ। ਸਭ ਬੋਲਤ ਬਹੁ ਸੋਕ ਵਧਾਏ। ਬਾਬਾ ਅਟਲ ਜੀ ਦੇ ਜਾਣ ਦਾ, ਚਲਾਣਾ ਕਰ ਜਾਣ ਦਾ ਸਾਰਿਆਂ ਦੇ ਮਨ ਵਿੱਚ ਬਹੁਤ ਦੁੱਖ ਹੈ। ਮਹਾਰਾਜ ਇਹ ਗਤ ਕਿਆ ਕਰੀ। ਸਾਹਿਬੇ ਕਮਾਲ ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ, ਪੁੱਛਦੇ ਨੇ ਮਹਾਰਾਜ ਇਹ ਕੀ ਪਾਣਾ ਵਰਤਾਇਆ, ਇਹ ਕੀ ਖੇਡ ਵਰਤੀ ਹੈ। ਬਾਲ ਅਵਸਥਾ ਅਜਹੁ ਨਾ ਟਰੀ। ਅਜੇ ਤੇ ਉਹ ਬਾਲ ਅਵਸਥਾ ਵਿੱਚ ਸਨ, 9 ਸਾਲ ਦੀ ਉਮਰ, ਬਾਲ ਅਵਸਥਾ 12 ਸਾਲ ਤੱਕ ਰਹਿੰਦੀ, ਅਜੇ ਤਾਂ ਬਾਲ ਅਵਸਥਾ ਵੀ ਪੂਰੀ ਨਹੀਂ ਹੋਈ। ਮਹਾਸਕਤ ਜੁਤ ਸਾਹਿਬ ਜਾਤੇ। ਤੇ ਵੱਡੀਆਂ ਸ਼ਕਤੀਆਂ ਦੇ ਮਾਲਕ ਆਪ ਜੀ ਦੇ ਸੁਪੁੱਤਰ ਸਾਹਿਬਜ਼ਾਦਾ ਬਾਬਾ ਅਟਲ ਰਾਏ ਜੀ ਸਭ ਪੁਰ ਜਾਣਨ ਦੇਤ ਅਹਲਾਦੇ। ਇਹ ਸਾਰੇ ਨਗਰ ਦੀਆਂ ਜਨਨੀਆਂ ਮਾਤਾਵਾਂ ਨੂੰ ਪ੍ਰਸੰਨਤਾ ਦਿੰਦੇ ਸਨ, ਉਹਨਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੇ ਘਰ ਜਾਂਦੇ ਸਨ, ਕਈਆਂ ਦੀ ਮਾਇਕ ਮਦਦ ਵੀ ਕਰ ਦਿੰਦੇ ਸਨ, ਕਈਆਂ ਨੂੰ ਆਪਣੇ ਕੱਪੜੇ ਵੀ ਉਤਾਰ ਦਿੰਦੇ ਸਨ, ਤੇ ਜਿਸ ਘਰ ਵਿੱਚ ਜਾਂਦੇ ਸਨ ਉਸ ਘਰ ਦੇ ਬਾਲਕਾਂ ਦੀਆਂ ਮਾਤਾਵਾਂ ਬਹੁਤ ਖੁਸ਼ ਹੁੰਦੀਆਂ ਸਨ ਤੇ ਸਾਰੇ ਸੇਵਕਾਂ ਨੂੰ ਆਨੰਦ ਪ੍ਰਦਾਨ ਕਰਦੇ ਸਨ। ਸਕਲ ਬਾਲ ਕੇ ਸੰਗ ਫਿਰੰਤੇ। ਸਾਰੇ ਬਾਲਕਾਂ ਦੇ ਨਾਲ ਫਿਰਦੇ ਰਹਿੰਦੇ, ਕੋਈ ਨਹੀਂ ਦੇਖਦੇ ਉੱਚੀ ਜਾਤੀ ਦਾ ਹੈ, ਨੀਵੀਂ ਜਾਤੀ ਦਾ ਹੈ, ਅਮੀਰ ਹੈ, ਗਰੀਬ ਹੈ, ਸਭ ਬੱਚਿਆਂ ਦੇ ਨਾਲ ਦੌੜਦੇ ਤੇ ਖੇਡਦੇ ਰਹੇ। ਇਸ ਮਹਿ ਨੀਠ ਨੀਠ ਵਿਛਰੰਤੇ। ਤੇ ਰਾਤ ਹੋ ਜਾਂਦੀ ਤਾਂ ਹੌਲੀ ਹੌਲੀ ਗਲਵਕੜੀਆਂ ਪਾ ਕੇ ਮਸਾਂ ਹੀ ਵਿਛੜਦੇ, ਤੇ ਕਈ ਬਾਲਕ ਤਾਂ ਮਹਾਰਾਜ ਤੁਹਾਡੇ ਘਰ ਵਿੱਚ ਹੀ ਸੌਂ ਜਾਂਦੇ, ਜਾਗਦੇ ਜਾਂਦੇ ਨਹੀਂ ਸਨ, ਤੇ ਸੁੱਤਿਆਂ ਹੋਇਆਂ ਨੂੰ ਮਾਤਾ ਪਿਤਾ ਲੈ ਕੇ ਜਾਂਦੇ, ਤੇ ਜੇ ਰਾਤ ਉੱਠਦੇ ਤਾਂ ਫਿਰ ਬਾਬਾ ਅਟਲ ਜੀ ਨੂੰ ਆਵਾਜ਼ਾਂ ਮਾਰਨ ਲੱਗ ਪਏ। ਇਸ ਤਰ੍ਹਾਂ ਉਹਨਾਂ ਦਾ ਪਿਆਰ ਜਿਹੜਾ ਸੀ ਉਹ ਬਰਸ ਰਿਹਾ ਸੀ। ਇਤਿਆਦਕ ਬਚ ਕਹਿਤ ਸੁਣਾਵੈ। ਇਤਿਆਦਕ ਜਿਹੜੇ ਬਚਨ ਨੇ ਬਾਬਾ ਅਟਲ ਰਾਏ ਜੀ ਦੀ ਵਡਿਆਈ ਦੇ, ਉਹ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾ ਰਹੀਆਂ ਹਨ। ਗੁਰੂ ਸਭਿਨ ਕੋ ਸੁਭ ਸਮਝਾਵੈ। ਤੇ ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸਾਰਿਆਂ ਕੋਲੋਂ ਸੁਣ ਕੇ ਤੇ ਫਿਰ ਉਹਨਾਂ ਨੂੰ ਯਥਾਰਥਤਾ ਦੱਸਦੇ ਹਨ। ਦੇਵ ਗਤੀ ਕੁਛ ਲਖੀ ਨ ਜਾਈ। ਤੇ ਮਹਾਰਾਜ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਮਰਜ਼ੀ ਹੈ, ਸਮਝ ਵਿੱਚ ਨਹੀਂ ਆਉਂਦੀ ਉਹ ਕੀ ਕਰਦਾ ਹੈ, ਕਰਨਹਾਰ ਕਰਤਾਰ ਕੀ ਕਰਦਾ ਹੈ ਇਹ ਉਸ ਨੂੰ ਹੀ ਪਤਾ ਹੈ, ਪਰ ਹਾਂ ਉਹ ਜੋ ਕਰਦਾ ਹੈ ਭਲਾ ਕਰਦਾ ਹੈ। ਜਿਸ ਕੇ ਬਸ ਤ੍ਰੈ ਲੋਕ ਸਦਾਈ। ਕਿਉਂਕਿ ਪਾਰ ਬ੍ਰਹਮ ਪਰਮੇਸ਼ਵਰ ਦੇ ਵਸ ਵਿੱਚ ਹੀ ਤਿੰਨੇ ਲੋਕ ਨੇ, ਸਾਰਾ ਸੰਸਾਰ ਹੈ ਤੇ ਤਿੰਨੇ ਕਾਲ ਸਦਾ ਹੀ ਉਹਦੇ ਵਸ ਵਿੱਚ ਹਨ। ਬਾਲਿਕ ਤਰੁਣ ਬ੍ਰਿਧ ਨਹਿ ਜਾਣੈ। ਬਾਕੀ ਪਾਰ ਬ੍ਰਹਮ ਪਰਮੇਸ਼ਵਰ ਉਹਦੀ ਬਣਾਈ ਹੋਈ ਵਿਵਸਥਾ
ਇਹ ਨਹੀਂ ਦੇਖਦੀ ਵੀ ਬਾਲਕ ਹੈ, ਬਿਰਧ ਹੈ ਕਿ ਜਵਾਨ ਹੈ। ਬਲੀ ਨੇ ਬਲੀ ਏਕ ਸਮ ਮਾਨੈ। ਭਾਵੇਂ ਕੋਈ ਕਮਜ਼ੋਰ ਹੋਵੇ ਜਾਂ ਬਲਵਾਨ ਹੋਵੇ, ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਸਭ ਨੂੰ ਇੱਕੋ ਜਿਹਾ ਹੀ ਸਮਝਦੀ ਹੈ। ਜਿਵੇਂ ਮਹਾਰਾਜ ਜੀ ਦੀ ਬਾਣੀ ਦੇ ਬੋਲ ਨੇ, ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਿਡਾਨੀ। ਪਾਰ ਬ੍ਰਹਮ ਪਰਮੇਸ਼ਵਰ ਦੇ ਸਾਹਮਣੇ ਰਾਓ ਰੰਕ ਵਿੱਚ ਫਰਕ ਨਹੀਂ, ਬਾਲਕ ਤਰੁਣ ਤੇ ਬਿਰਧ ਵਿੱਚ ਫਰਕ ਨਹੀਂ ਹੈ। ਸੋ ਕਿਮ ਮਿਟ ਹੈ ਦੈਵਗਤ ਨਿਆਰੀ। ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਨਿਆਰੀ ਹੈ। ਸਾਹਿਬ ਆਖਣ ਲੱਗੇ ਉਸ ਨੂੰ ਮਿਟਿਆ ਨਹੀਂ ਜਾ ਸਕਦਾ। ਵਾਕਈ ਸਤਿਪੁਰਖਾਂ ਨੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ। ਇੱਕ ਛੋਟੀ ਜਿਹੀ ਗਾਥਾ ਮੇਰੇ ਖਿਆਲ 'ਚ ਆਈ ਮਹਾਤਮਾ ਬੁੱਧ ਜੀ ਦੀ। ਇਹ ਪ੍ਰਦੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਿਵਾਜਿਆ ਵੀ ਹੈ ਅਤੇ ਇਸੇ ਹੀ ਪ੍ਰਦੇਸ਼ ਵਿੱਚ ਮਹਾਤਮਾ ਬੁੱਧ ਨੂੰ ਵੀ ਬੁੱਧਤਾ ਪ੍ਰਾਪਤ ਹੋਇਆ। ਇਹ ਬਿਹਾਰ ਨਾਮ ਮਹਾਤਮਾ ਬੁੱਧ ਦੇ ਵਿਹਾਰ ਕਰਕੇ ਹੀ ਇਸ ਪ੍ਰਦੇਸ਼ ਦਾ ਹੈਗਾ ਹੈ। ਉਹਨਾਂ ਦੇ ਕੋਲ ਇੱਕ ਮਾਤਾ ਨੇ ਬਹੁਤ ਵਿਰਲਾਪ ਕੀਤਾ, ਆਖਿਆ ਮੇਰਾ ਇਕਲੌਤਾ ਬੱਚਾ ਕਾਲ ਵਸ ਹੋ ਗਿਆ, ਤੁਸੀਂ ਕਿਰਪਾ ਕਰੋ ਇਹਦੇ ਪ੍ਰਾਣ ਵਾਪਸ ਕਰਾ ਦਿਓ, ਇਸ ਨੂੰ ਬਚਾ ਦਿਓ। ਤੇ ਮਹਾਤਮਾ ਬੁੱਧ ਕਹਿਣ ਲੱਗੇ, ਮਾਤਾ ਇਹ ਮੇਰੇ ਵੱਸ ਦੀ ਗੱਲ ਨਹੀਂ, ਇਹ ਪਰਮਾਤਮਾ ਨੇ ਜੋ ਕੀਤਾ ਹੈ ਉਸ ਦੀ ਕਰਨੀ ਨੂੰ ਕੋਈ ਮਿਟਾ ਨਹੀਂ ਸਕਦਾ। ਪਰ ਮੋਹ ਵਿੱਚ ਸੀ, ਉਸ ਨੂੰ ਸਮਝ ਨਾ ਆਵੇ। ਉਹ ਬਾਰ-ਬਾਰ ਚਰਨ ਪਕੜੇ ਰੁਦਨ ਕਰੇ, ਤੁਸੀਂ ਮਹਾਂਪੁਰਖ ਹੋ, ਅਵਤਾਰ ਹੋ, ਮੇਰੇ ਮ੍ਰਿਤਕ ਬੱਚੇ ਨੂੰ ਬਚਾ ਲਓ। ਤੇ ਮਹਾਤਮਾ ਬੁੱਧ ਕਹਿਣ ਲੱਗੇ, ਫਿਰ ਇਸ ਤਰ੍ਹਾਂ ਗੱਲ ਹੈ, ਸਾਨੂੰ ਕੁਝ ਸਮੱਗਰੀ ਚਾਹੀਦੀ ਹੈ, ਉਹ ਲਿਆ ਕੇ ਦੇ ਦੇਵੋ ਤੇ ਫਿਰ ਅਸੀਂ ਬਚਾਉਣ ਦਾ ਜਿਹੜਾ ਉਦਮ ਆਰੰਭ ਕਰਦੇ। ਅਸੀਂ ਫਿਰ ਆਪਣਾ ਜਪ ਤਪ ਆਰੰਭ ਕਰਦੇ ਹਾਂ, ਪੂਜਾ ਪਾਠ ਆਰੰਭ ਕਰਦੇ ਹਾਂ। ਆਖਣ ਲੱਗੀ, ਜੋ ਆਖੋ ਸੋਨਾ ਚਾਂਦੀ ਹੀਰੇ ਸਭ ਕੁਝ ਲਿਆ ਦਿੰਦੀ ਹਾਂ। ਤੇ ਮਹਾਤਮਾ ਬੁੱਧ ਕਹਿਣ ਲੱਗੇ, ਨਹੀਂ, ਸਾਨੂੰ ਸਿਰਫ ਇੱਕ ਮੁੱਠੀ ਚਾਵਲ ਚਾਹੀਦੇ, ਜਿਸ ਨਾਲ ਅਸੀਂ ਆਪਣਾ ਪ੍ਰਯੋਗ ਪ੍ਰਾਰੰਭ ਕਰਨਾ ਹੈ। ਪਰ ਉਹ ਮੁੱਠੀ ਚਾਵਲ ਉਸ ਘਰ ਦੇ ਹੋਵਣ ਜਿਸ ਘਰ ਵਿੱਚ ਕਦੀ ਕੋਈ ਗੁਜ਼ਰਿਆ ਨਾ ਹੋਵੇ, ਜਿਸ ਘਰ ਵਿੱਚ ਕਿਸੇ ਦੀ ਮੌਤ ਨਾ ਹੋਈ ਹੋਵੇ। ਜਾਓ ਉਸ ਘਰ 'ਚੋਂ ਮੰਗ ਕੇ ਲਿਆਓ, ਪਰ ਪਹਿਲੇ ਪੁੱਛ ਲੈਣਾ ਵੀ ਇਸ ਘਰ ਵਿੱਚ ਕਦੀ ਕਿਸੇ ਦੀ ਮੌਤ ਤਾਂ ਨਹੀਂ ਹੋਈ। ਉਸਨੇ ਕਈ ਘਰ ਦੇਖੇ, ਫਿਰੇ, ਪੁੱਛਿਆ, ਪਰ ਸਭ ਨੂੰ ਪਤਾ ਇਹੀ ਚੱਲਿਆ ਸਭ ਥਾਈਂ ਬਈ ਸਾਡੇ ਪਰਿਵਾਰ ਦੇ ਤੇ ਬੜੇ ਮੈਂਬਰ ਗੁਜ਼ਰ ਚੁੱਕੇ ਨੇ। ਆਪਾਂ ਜਿਤਨੇ ਦੁਨੀਆ ਭਰ ਵਿੱਚ ਇਸ ਵਿਚਾਰ ਨੂੰ ਸੁਣ ਰਹੇ ਹਾਂ, ਦਾਸ ਦੇ ਸਮੇਤ ਕੋਈ ਐਸਾ ਪਰਿਵਾਰ ਨਹੀਂ ਹੈ ਜਿਹਦੇ ਘਰ ਵਿੱਚੋਂ ਲੋਕ ਮੌਤ ਦੇ ਆਗੋਸ਼ ਵਿੱਚ ਨਾ ਗਏ ਹੋਣ। ਉਹ ਕਈ ਦਿਨ ਲੱਭਦੀ ਰਹੀ, ਸਵੇਰ ਤੋਂ ਸ਼ਾਮ ਹੋ ਗਈ, ਇੱਕ ਘਰ ਐਸਾ ਦਿਖਿਆ ਜਿਹਦੇ ਬਾਹਰ ਖਾਣੇ ਦੇ ਪੱਤਲ ਪਏ ਹੋਏ ਸਨ, ਜਿਨ੍ਹਾਂ ਵਿੱਚ ਭੋਜਨ ਕਰਕੇ ਲੋਕੀ ਸੁੱਟ ਦਿੰਦੇ ਨੇ, ਔਰ ਘਰ ਨੂੰ ਬੜਾ ਸੋਹਣਾ ਰੰਗ ਕੀਤਾ ਹੋਇਆ ਸੀ, ਮਹਿੰਦੀ ਦੇ ਨਿਸ਼ਾਨ ਲੱਗੇ ਹੋਏ ਸਨ। ਉਸ ਨੂੰ ਲੱਗਿਆ ਬਈ ਇਹ ਵਿਆਹ ਵਾਲਾ ਘਰ ਹੈ। ਉਹਨਾਂ ਦਿਨਾਂ 'ਚ ਰਿਵਾਜ਼ ਆਉਂਦਾ ਸੀ ਐਸਾ, ਬਾਹਰ ਦਰਵਾਜ਼ਿਆਂ 'ਤੇ ਦਰਖਤਾਂ ਦੇ ਅੰਬ ਆਦਿਕ ਦੇ ਪੱਤੇ ਬੰਨ੍ਹੇ ਜਾਂਦੇ, ਮਹਿੰਦੀ ਦੇ ਪੰਜੇ ਲਗਾਏ ਜਾਂਦੇ ਬਈ ਇਸ ਘਰ ਵਿੱਚ ਸ਼ਗਨ ਹੋਇਆ ਹੈ। ਅਤੇ ਉਸਨੇ ਉਸ ਘਰ ਵਿੱਚ ਸਦਾ ਕੀਤੀ, ਆਖਿਆ ਤੁਹਾਡੇ ਘਰ ਵਿੱਚ ਤਾਂ ਸ਼ਗਨ ਹੋਇਆ, ਵਿਆਹ ਹੋਇਆ, ਸਾਰੇ ਲੱਛਣ ਦਿਖਾਈ ਪੈ ਰਹੇ ਨੇ, ਮੇਰੇ ਬੱਚੇ ਦੀ ਜ਼ਿੰਦਗੀ ਬਚ ਜਾਵੇ, ਉਹ ਮੌਤ ਦੇ ਮੂੰਹ ਵਿੱਚੋਂ ਵਾਪਸ ਆ ਜਾਏ, ਜਿਤਨਾ ਮੁੱਲ ਆਖੋ ਮੈਂ ਦੇ ਦਿੰਦੀ ਹਾਂ, ਬਸ ਇੱਕ ਮੁੱਠੀ ਚਾਵਲ ਚਾਹੀਦੇ ਨੇ, ਹੋਰ ਕੁਛ ਨਹੀਂ ਚਾਹੀਦਾ। ਉਹਨਾਂ ਰੋਂਦਿਆਂ ਹੋਇਆ ਆਖਿਆ, ਸਾਡੇ ਨਾਲ ਤਾਂ ਬਹੁਤ ਹੀ ਮਾੜਾ ਹੋਇਆ, ਸਾਡਾ ਬੱਚਾ ਜਿਉਂ ਡੋਲਾ ਲੈ ਕੇ ਆਪਣੇ ਘਰ ਵੱਲ ਆਇਆ ਵਿਆਹ ਕਰਕੇ, ਤੇ ਡਾਕੂ ਪੈ ਗਏ ਤੇ ਅੱਧੀ ਬਰਾਤ ਸਮੇਤ ਸਾਡਾ ਬੱਚਾ ਵੀ ਮਾਰਿਆ ਗਿਆ ਤੇ ਸਾਡੀ ਡੋਲੀ ਵੀ ਉਹ ਲੈ ਗਏ, ਸਾਡੇ ਘਰ ਤਾਂ ਹੁਣੇ ਹੀ ਮੌਤ ਆਈ। ਆਖਿਰ ਨਾ ਉਮੀਦ ਹੋ ਕੇ ਵਾਪਸ ਆਈ। ਤੇ ਮਹਾਤਮਾ ਬੁੱਧ ਕਹਿਣ ਲੱਗੇ, ਮਾਤਾ ਤੂੰ ਖਾਲੀ ਹੱਥ ਆ ਗਈ ਹੈ। ਆਖਣ ਲੱਗੀ, ਨਹੀਂ, ਖਾਲੀ ਹੱਥ ਨਹੀਂ ਆਈ, ਜੋ ਮੈਂ ਹੁਣ ਤੱਕ ਸਮਝ ਨਹੀਂ ਸਕੀ
ਉਹ ਸਮਝ ਲੈ ਕੇ ਆਈ ਹਾਂ। ਇਸ ਸੰਸਾਰ ਤੇ ਕੋਈ ਨਹੀਂ ਹੈ, ਇਸ ਸੰਸਾਰ ਤੇ ਕੋਈ ਪਰਿਵਾਰ ਨਹੀਂ ਹੈ ਜਿਸ ਦੇ ਘਰ ਵਿੱਚ ਮੌਤ ਨਾ ਆਈ ਹੋਵੇ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਮਹਾਰਾਜ ਜੀ ਦੇ ਅਗੰਮੀ ਬਚਨ ਹਨ। ਜੈਸਾ ਸੁਪਨਾ ਰਹਿਣ ਕਾ, ਤੈਸਾ ਇਹ ਸੰਸਾਰ, ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ। ਫਿਰ ਇਹ ਵੀ ਫਰਮਾਨ ਕਰਦੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਸਿਆਣਾ ਮਨੁੱਖ ਨਹੀਂ ਹੈ ਜਿਸ ਨੇ ਸੰਸਾਰ ਨਾਲ ਹੀ ਆਪਣਾ ਮਨ ਜੋੜ ਛੱਡਿਆ। ਵੀ ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ। ਉਹ ਹਿਤਾ ਹਿਤ ਵੀ ਨਹੀਂ ਜਾਣਦਾ, ਉਹ ਸ਼ੁਭ ਸ਼ੁਭ ਵੀ ਨਹੀਂ ਜਾਣਦਾ। ਉਹ ਦੂਜਿਆਂ ਦਾ ਹਿੱਸਾ ਖਾਂਦਾ ਹੋਇਆ ਦਿਖਾਈ ਪੈ ਸਕਦਾ, ਉਹ ਦੂਜਿਆਂ ਦੇ ਘਰ ਲੁੱਟਦਾ ਹੋਇਆ ਦਿਖਾਈ ਪੈ ਸਕਦਾ ਹੈ। ਉਹ ਤਰ੍ਹਾਂ ਤਰ੍ਹਾਂ ਦੇ, ਮੈਂ ਅਰਜ਼ ਕਰਾਂ, ਕੁਕਰਮਾਂ ਵਿੱਚ ਵਿਲਿਪਤ ਦਿਖਾਈ ਪੈ ਸਕਦਾ ਹੈ। ਪਰ ਜਿੰਨਾ ਚਿਰ ਸਮਝ ਗੁਰੂ ਕੋਲੋਂ ਨਾ ਆਵੇ, ਗੱਲ ਨਹੀਂ ਬਣਦੀ। ਮਹਾਰਾਜ ਇਹ ਸਮਝਾਉਂਦੇ ਹਨ, ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਹੈ, ਉਸ ਨੂੰ ਮੇਟਿਆ ਨਹੀਂ ਜਾ ਸਕਦਾ। ਰਾਗ ਦ્વੈਖ ਨਹਿ ਕਿਹ ਸੋ ਧਾਰੀ। ਤੇ ਪਾਰ ਬ੍ਰਹਮ ਪਰਮੇਸ਼ਵਰ ਕਿਸੇ ਨਾਲ ਆਪਣਾ ਬੇਗਾਨਾਪਨ ਨਹੀਂ ਕਰਦਾ, ਉਹਦੇ ਸਾਰੇ ਹੀ ਆਪਣੇ ਹਨ। ਤਿਸ ਕੋ ਜਾਨ ਸੋਕ ਕਿਆ ਤਰੀਐ। ਇਸ ਕਰਕੇ ਇਸ ਗੱਲ ਨੂੰ ਸਮਝੋ, ਸਾਧ ਸੰਗਤ, ਕੋਈ ਸ਼ੋਕ ਨਾ ਕਰੋ। ਮਹਾਰਾਜ ਗੁਰੂ ਅਮਰਦਾਸ ਜੀ ਦੀ ਤਾਂ ਤੁਸੀਂ ਪੜ੍ਹਦੇ ਹੋ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਜੀ ਦੇ ਬਚਨ ਬਾਣੀ 'ਚ ਆਪ ਪੜ੍ਹਦੇ ਹੋ। ਬੁੱਧ ਅਰ ਬਲ ਕਰ ਜੇ ਨ ਪਰ ਹਰੀਐ। ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਨੂੰ ਬੁੱਧੀ ਨਾਲ ਜਾਂ ਤਾਕਤ ਨਾਲ ਦੂਰ ਨਹੀਂ ਕੀਤਾ ਜਾ ਸਕਦਾ, ਉਹਨੂੰ ਨਿਵਾਰਿਆ ਨਹੀਂ ਜਾ ਸਕਦਾ। ਉਹ ਐਜ਼ ਇਟ ਇਜ਼ ਵਰਤਦੀ ਹੈ। ਦੁਖੀ ਨਾਨਕੀ ਅਦ ਕੀ ਸਭਨ ਤੇ। ਮਾਤਾ ਜੀ ਜਿਹੜੇ ਨੇ ਬਾਬਾ ਅਟਲ ਜੀ ਦੇ ਮਹਾਦੇਵੀ ਜੀ, ਭਾਈ ਸੰਤੋਖ ਸਿੰਘ ਜੀ ਨੇ ਮਾਤਾ ਨਾਨਕੀ ਲਿਖਿਆ ਹੈ, ਪਰ ਉਹਨਾਂ ਦੇ ਮਾਤਾ ਮਹਾਦੇਵੀ ਜੀ ਹਨ। ਉਹਨਾਂ ਦਾ ਹਿਰਦਾ ਵੀ ਆਪਣੇ ਬੱਚੇ ਦੇ ਬਾਬਾ ਅਟਲ ਰਾਏ ਜੀ ਦੇ ਜਾਣ ਨਾਲ ਵਾਕਈ ਮਮਤਾ ਜਾਗੀ ਹੋਈ ਹੈ। ਪਿਆਰੋ ਪਰਮ ਪੁੱਤਰ ਗਨ ਗੁਣ ਪੰਤੇ। ਉਹ ਵੀ ਆਪਣੇ ਪਿਆਰੇ ਪੁੱਤਰ ਦੇ ਗੁਣ ਯਾਦ ਕਰਦੇ ਹਨ ਤੇ ਮਹਾਰਾਜ ਜੀ ਨੂੰ ਸੁਣਾਉਂਦੇ ਹਨ। ਵਰਤ ਭਾਰਤ ਨਿਤ ਹੇਰਤ ਰਹਿ। ਔਰ ਇਸ ਤਰ੍ਹਾਂ ਦੇ ਨਾਲ ਸਦਾ ਪਾਲਦੇ ਸਨ ਤੇ ਦੇਖਦੇ ਰਹੇ। ਕਰਤ ਦੁਲਾਰ ਮੋਦ ਕੋ ਲਹੈ। ਬਹੁਤ ਪ੍ਰੇਮ ਕਰਦੇ ਤੇ ਆਨੰਦਿਤ ਹੁੰਦੇ ਮਾਤਾ ਜੀ। ਬਹੁਤ ਦੁਖ ਪਾਏ ਰੁਦਤ ਬਿਰਲਾ ਪੈ। ਔਰ ਇਸ ਤਰ੍ਹਾਂ ਉਹਨਾਂ ਦੇ ਨੇਤਰ ਭਰ ਗਏ ਹਨ ਬਾਬਾ ਅਟਲ ਜੀ ਨੂੰ ਯਾਦ ਕਰ ਕਰਕੇ। ਸਭ ਤਰੇ ਮਹਿ ਗੁਣ ਸਿਮਰ ਕਲਾਪ ਹੈ। ਹੋਰ ਵੀ ਜਿਤਨੀਆਂ ਮਾਤਾਵਾਂ ਸੰਗਤ ਵਿੱਚ ਪਹੁੰਚੀਆਂ ਨੇ, ਗੁਰਸਿੱਖ ਪਹੁੰਚੇ ਨੇ, ਉਹਨਾਂ ਦੇ ਨੇਤਰਾਂ ਵਿੱਚ ਵੀ ਜਲ ਹੈ। ਮਹਾਰਾਜ ਜੀ ਨੂੰ ਬੇਨਤੀਆਂ ਕਰਦੇ ਹਨ ਤੇ ਸਤਿਗੁਰੂ ਸਾਰਿਆਂ ਨੂੰ ਸਮਝਾ ਰਹੇ ਬਈ ਇਹ ਪਰਮਾਤਮਾ ਦੀ ਖੇਡ ਹੈ। ਤੁਸੀਂ ਕਹਿੰਦੇ ਹੋ ਛੋਟੀ ਉਮਰ ਹੈ, ਛੋਟੀ ਉਮਰ ਹੈ, ਪਰ ਵੱਡਾ ਮਹਾਨ ਪਰਉਪਕਾਰ ਕਰਕੇ ਛੋਟੀ ਉਮਰ ਵਿੱਚ ਹੀ ਆਪਣੇ ਪ੍ਰਾਣ ਦੇ ਕੇ ਤੇ ਮੋਹਨ ਦੇ ਪ੍ਰਾਣ ਬਚਾ ਗਏ। ਛੋਟੀ ਉਮਰ ਜ਼ਰੂਰ ਹੈ ਪਰ ਕੰਮ ਬੜਾ ਵੱਡਾ ਕੀਤਾ ਹੈ। ਮਹਾਰਾਜ ਇਸ ਤਰ੍ਹਾਂ ਸਮਝਾ ਰਹੇ ਹਨ। ਹੁਣ ਬਾਕੀ ਵਿਚਾਰ ਕੱਲ ਆਪ ਪ੍ਰੇਮ ਸਹਿਤ ਸਰਵਣ ਕਰੋਗੇ। ਇਸ ਵੇਲੇ ਮੈਂ ਗੁਜ਼ਾਰਿਸ਼ ਕਰਾਂਗਾ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗੁਰੂ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਮੁੱਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਉਹ ਆਪ ਜੀ ਤੋਂ ਮੁਖਾਤਬ ਹੋਣਗੇ। ਅੱਜ ਦੋ ਬੜੇ ਮਹਾਨ ਕੰਮ ਹੋਏ ਨੇ। ਇੱਕ ਤਾਂ ਧੰਨ ਧੰਨ ਮਾਤਾ ਨਾਨਕੀ ਜੀ ਦੇ ਨਾਮ ਤੇ ਹਾਈਜੀਨਿਕਲੀ ਆਟੋਮੈਟਿਕ ਅਨਟੱਚ ਲੰਗਰ ਦੀ ਪ੍ਰਾਰੰਭਤਾ ਹੋਈ ਹੈ। ਤੁਸੀਂ ਕਰਨਾ। ਉਹ ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਹੈ। ਸਰੀਰ ਉਹਨਾਂ ਦਾ ਦੇਖਣ ਨੂੰ ਕਮਜ਼ੋਰ ਜਿਹਾ ਲੱਗਦਾ ਹੈ, ਪਰ ਸਾਧ ਸੰਗਤ ਹਜ਼ਾਰਾਂ ਮੀਲਾਂ ਦਾ ਸਫ਼ਰ ਉਹ ਰੋਜ਼ ਤੈਅ ਕਰਕੇ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਮੈਂ ਜਿੱਥੇ ਜਿੱਥੇ ਸਮਾਗਮਾਂ ਵਿੱਚ ਗਿਆ ਉਹਨਾਂ ਨੂੰ ਬੈਠੇ ਹੋਏ ਦੇਖਿਆ ਤੇ ਬਹੁਤ ਨਿਰਮਾਣ
ਤੇ ਪ੍ਰਭੂ ਪ੍ਰੇਮ ਨਾਲ ਭਿੱਜਿਆ ਹੋਇਆ ਉਹਨਾਂ ਦਾ ਹਿਰਦਾ ਹੈ। ਅਸੀਂ ਜਦ ਮੁੱਖ ਸੇਵਾਦਾਰ ਜੀ ਦੇ ਨਾਲ ਉੱਥੇ ਗਏ, ਨਲਵਾ ਜੀ ਬੈਠੇ ਹਨ, ਇਹ ਸਾਰੇ ਸੁਦੀਪ ਸਿੰਘ ਜੀ ਜੋ ਜਨਹਿਤ ਚੈਨਲ ਵਾਲੇ ਨੇ, ਅਸੀਂ ਸਾਰੇ ਉਹਨਾਂ ਕੋਲ ਗਏ ਤੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਵੀ ਇਸ ਤਰ੍ਹਾਂ ਦਾ ਲੰਗਰ ਜਿਹੜਾ ਉਹ ਤਿਆਰ ਕਰਨਾ। ਤੇ ਉਹ ਹੱਸ ਕੇ ਕਹਿਣ ਲੱਗੇ, ਇਹਨਾਂ ਤੋਂ ਮੁਖਾਤਬ ਹੁੰਦੇ ਹੋਏ ਕਹਿਣ ਲੱਗੇ ਵੀ ਹਿੱਤ ਜੀ ਜੋ ਬਣਾਉਣਾ ਹੈ ਬਸ ਤੁਸੀਂ ਆਖੀ ਜਾਓ ਤੇ ਅਸੀਂ ਬਣਾਈ ਜਾਵਾਂ। ਉਹਨਾਂ ਨੇ ਇਹ ਬਾਬਾ ਪ੍ਰੇਮ ਸਿੰਘ ਜੀ ਬੈਠੇ ਹੋਏ, ਇਹਨਾਂ ਦਾ ਬੜਾ ਹਿਰਦਾ ਤਖਤ ਸਾਹਿਬ ਜੀ ਪ੍ਰਤੀ ਸੇਵਾ ਪ੍ਰਤੀ ਸਮਰਪਿਤ ਹੈ। ਇਹ ਦਿਨ ਰਾਤ ਮੈਨੂੰ ਲਿਖ ਕੇ ਦਿੰਦੇ ਰਹਿੰਦੇ ਨੇ ਵੀ ਇਹ ਟ੍ਰੇਨਾਂ ਇੱਥੋਂ ਗੁਜ਼ਰਦੀਆਂ ਨੇ, ਪਟਨਾ ਸਾਹਿਬ ਨਹੀਂ ਰੁਕਦੀਆਂ। ਉਹ ਵੀ ਸਾਰਾ ਜੋ ਇਹਨਾਂ ਦੇ ਸੁਝਾਅ ਨੇ, ਮਿਹਨਤ ਕਰਦੇ ਨੇ, ਉਹ ਸਾਰਾ ਵੀ ਮੈਂ ਹਿੱਤ ਸਾਹਿਬ ਨੂੰ ਕਹਾਂਗਾ ਵੀ ਤੁਸੀਂ ਸਾਰਾ ਵਿਚਾਰ ਕੇ, ਐਸਾ ਕੋਈ ਕੰਮ ਹੀ ਨਹੀਂ ਜੋ ਨਹੀਂ ਹੋ ਸਕਦਾ। ਉਹ ਸੰਬੰਧਿਤ ਅੱਜ DRM ਆਏ ਹੋਏ ਸਨ, ਉਹ ਵੀ ਕਹਿਣ ਲੱਗੇ ਵੀ ਜੋ ਵੀ ਟ੍ਰੇਨਾਂ ਦਾ ਠਹਿਰਾਓ ਹੈ ਤੁਸੀਂ ਆਖੋਗੇ ਪਟਨਾ ਸਾਹਿਬ ਹੋਇਆ ਕਰੇਗਾ। ਇਸ ਤਰ੍ਹਾਂ ਬਹੁਤ ਸਾਰੀਆਂ ਸੇਵਾਵਾਂ ਮਹਾਰਾਜ ਜੀ ਦੇ ਘਰ ਚੱਲਦੀਆਂ ਪਈਆਂ ਨੇ। ਔਰ ਦੂਜੀ ਇੱਕ ਐਂਬੂਲੈਂਸ ਜਿਹੜੀ ਹੈ ਉਹ ਸਰਦਾਰ SP ਸਿੰਘ ਜੀ ਓਬੇ ਰਾਏ ਦੁਬਈ ਵਾਲੇ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪਣੀ ਸੇਵਾ ਚਲਾਇਆ ਹੋਇਆ, ਬਹੁਤ ਵੱਡੇ ਸੇਵਾ ਰਤਨ ਨੇ ਗੁਰੂ ਨਾਨਕ ਦੇ ਘਰ ਦੇ। ਉਹ ਥਾਂ ਪਰ ਥਾਂ ਜਾ ਕੇ ਬਹੁਤ ਸਾਰੀ ਕੋਈ 5-7 ਹਜ਼ਾਰ ਤੋਂ ਜ਼ਿਆਦਾ ਵਿਧਵਾਵਾਂ ਨੂੰ ਉਹ ਪੈਨਸ਼ਨ ਦਿੰਦੇ ਨੇ। ਜਗ੍ਹਾ ਜਗ੍ਹਾ ਉਹਨਾਂ ਦੀ ਸੇਵਾ ਚੱਲਦੀ ਪਈ ਹੈ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡਾ ਕਾਰੋਬਾਰ ਕੀ ਹੈ? ਕਹਿੰਦੇ ਮੈਨੂੰ ਨਹੀਂ ਪਤਾ, ਗੁਰੂ ਨੂੰ ਹੀ ਪਤਾ ਹੈ, ਜੋ ਗੁਰੂ ਨੇ ਬਖਸ਼ਿਆ ਹੈ। ਕਹਿੰਦੇ ਪਰ ਮੈਨੂੰ ਇਤਨਾ ਪਤਾ ਹੈ ਕਿ ਜੋ ਵੀ ਮੈਨੂੰ ਗੁਰੂ ਪਾਤਸ਼ਾਹ ਵੱਲੋਂ ਦਾਤ ਮਿਲਦੀ ਹੈ ਉਹ 98-99% ਮਹਾਰਾਜ ਸੇਵਾ ਵਿੱਚ ਲਵਾ ਦਿੰਦੇ ਨੇ। ਉਹਨਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਬਣਾਇਆ ਹੈ, ਉਹਨਾਂ ਦੇ ਸਹਿਯੋਗੀ ਸਰਦਾਰ ਇਕਬਾਲ ਸਿੰਘ ਜੀ IPS, ਭਾਈ ਜਸਵੰਤ ਸਿੰਘ ਜੀ ਛਾਪਾ, ਡਾਕਟਰ ਅਟਵਾਲ, ਡਾਕਟਰ ਗਿੱਲ ਸਾਹਿਬ, ਔਰ ਉਹਨਾਂ ਦੇ ਛੋਟੇ ਭਰਾਤਾ ਡਾਕਟਰ ਗੁਰਜੀਤ ਸਿੰਘ ਜੀ ਓਬੇ ਰਾਏ, ਤੇ ਬਹੁਤ ਹੀ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ। ਉਹ ਮੈਨੂੰ ਕਹਿੰਦੇ ਮੈਂ ਪਟਨਾ ਸਾਹਿਬ ਦੀ ਕਥਾ ਰੋਜ਼ ਸੁਣਦੀ, ਰੋਜ਼ ਬੈਠ ਕੇ ਪੂਰਾ ਸੁਣਦੇ ਨੇ। ਮਾਤਾ ਅੰਮ੍ਰਿਤ ਕੌਰ ਜੀ, ਉਹਨਾਂ ਸਾਰਿਆਂ ਦੇ ਉਪਰਾਲੇ ਸਦਕਾ ਅੱਜ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਚੱਲਦਾ ਰਿਹਾ ਤੇ ਲੋੜਵੰਦ ਮਰੀਜ਼ਾਂ ਲਈ ਉਹਨਾਂ ਨੇ ਅੱਜ ਚਾਬੀ ਜਥੇਦਾਰ ਅਵਤਾਰ ਸਿੰਘ ਹਿੱਤ ਜੀ ਨੂੰ ਔਰ ਭਾਈ ਮਹਿੰਦਰਪਾਲ ਸਿੰਘ ਜੀ ਢਿੱਲੋਂ ਜਨਰਲ ਸਕੱਤਰ, ਸਾਰੇ ਮੈਂਬਰ ਸਾਹਿਬਾਨ ਨਾਲ ਸਨ। ਉਹਨਾਂ ਨੇ ਤਖਤ ਸਾਹਿਬ ਨੂੰ ਐਂਬੂਲੈਂਸ ਭੇਟਾ ਕੀਤੀ ਹੈ ਜੋ ਮਰੀਜ਼ਾਂ ਦੀ ਸੇਵਾ ਵਿੱਚ ਚੱਲਦੀ ਰਹੇਗੀ। ਪੈਥੋਲੋਜਿਕ ਟੈਸਟਿੰਗ ਲੈਬ ਆਲਰੇਡੀ ਜਿਹੜੀ ਹੈ ਉਹ ਆਪਰੇਸ਼ਨਲ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਡਾਇਲਸਿਸ ਯੂਨਿਟ ਲਗਾਏ ਜਾਣੇ ਨੇ ਤੇ ਫਿਰ ਬਹੁਤ ਵੱਡਾ ਹਸਪਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ 'ਤੇ। ਇਸ ਤਰ੍ਹਾਂ ਸਰਾਵਾਂ ਦਾ ਨਿਰਮਾਣ ਔਰ ਆਟੋਮੈਟਿਕ ਜਿਹੜਾ ਹੈਗਾ ਉਹ ਡਿਜੀਟਲ ਮਿਊਜ਼ੀਅਮ ਦਾ ਨਿਰਮਾਣ ਚੱਲਦਾ ਪਿਆ। ਬਹੁਤ ਵੱਡੀਆਂ ਸੇਵਾਵਾਂ ਨੇ ਜੋ ਸਾਧ ਸੰਗਤ ਦੇ ਸਹਿਯੋਗ ਨਾਲ ਤੇ ਪ੍ਰੇਮ ਨਾਲ ਆਪ ਜੀ ਦੇ ਦਸਵੰਧ ਸਦਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਹਰ ਸਦਕਾ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਤਖਤ ਸਾਹਿਬ ਵਿਖੇ ਦੇਖਣ ਨੂੰ ਮਿਲਣਗੀਆਂ ਔਰ ਆਪ ਆਨੰਦਿਤ ਹੋ। ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਉਲੀਕੇ ਗਏ ਹਨ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਆ ਜਾਣੇ। ਤੁਸੀਂ ਜਿਹੜੇ ਨਿਵਾਸ ਦੇਖਦੇ ਪਏ ਹੋ ਇਹ ਵੀ ਕਦੀ ਨਕਸ਼ੇ 'ਤੇ ਹੀ ਬਣੇ ਸਨ ਤੇ ਹੁਣ ਤੁਹਾਡੇ ਸਾਹਮਣੇ ਬਣ ਗਏ ਨੇ। ਦੀਵਾਨ ਹਾਲ ਦੇਖਦੇ ਪਏ ਹੋ, ਸਾਲਸਰਾਏ ਜੌਹਰੀ ਦੀਵਾਨ ਹਾਲ, ਸੰਤ ਬਾਬਾ ਮਹਿੰਦਰ ਸਿੰਘ ਜੀ, ਬਾਬਾ ਇੰਦਰਜੀਤ ਸਿੰਘ ਜੀ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਇੰਗਲੈਂਡ ਵਾਲਿਆਂ ਨੂੰ ਮਹਾਰਾਜ ਨੇ ਥਾਪੜਾ ਦੇ ਕੇ ਇਹ ਹਾਲ ਪਹਿਲੇ ਨਕਸ਼ੇ 'ਤੇ ਬਣਿਆ ਸੀ ਤੇ ਫਿਰ ਹੁਣ ਤੁਹਾਡੇ ਸਾਹਮਣੇ ਉਸਰ ਕੇ ਤਿਆਰ ਹੋ ਗਿਆ ਹੈ। ਇਹ ਜਿਸ ਦੀਵਾਨ ਅਸਥਾਨ 'ਤੇ ਤੁਸੀਂ ਬੈਠੇ ਹੋ, ਇਹ ਜਿੱਥੇ ਮਹਾਰਾਜ ਜੀ ਦੇ ਦੋਸਤ ਪ੍ਰਕਾਸ਼ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ, ਇਹ ਅਸਥਾਨ ਤਖਤ ਹੈ ਮਹਾਰਾਜ ਦਾ। ਤੇ ਜਿੱਥੇ ਪਰਲੇ ਪਾਸੇ ਭਾਈ ਸਾਹਿਬ ਖੜੇ ਹੋ ਕੇ ਚੌਰ ਕਰਦੇ ਉਹ ਹਰਿਮੰਦਰ ਹੈ। ਇਹ ਬਾਕੀ ਸਾਰਾ ਦੀਵਾਨ ਹਾਲ। ਇਸ ਦਾ ਨਿਰਮਾਣ ਵੀ ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲੇ ਮਹਾਂਪੁਰਖਾਂ ਨੇ ਪਹਿਲੇ ਕਾਗਜ਼ 'ਤੇ ਕੀਤਾ ਸੀ।
ਲਕੀਰਾਂ ਪਾਈਆਂ, ਨਕਸ਼ਾ ਬਣਿਆ, ਤੇ ਫਿਰ ਇਹ ਹਰਿਮੰਦਰ ਸਾਰਾ ਬਣ ਕੇ ਸਾਹਮਣੇ ਆ। ਉਹਨਾਂ ਨੂੰ ਕਿਸੇ ਪੁੱਛਿਆ, ਬਾਬਾ ਜੀ ਤੁਸੀਂ ਕਿਤਨੇ ਪੜ੍ਹੇ ਹੋ? ਇੰਜੀਨੀਅਰਿੰਗ ਕੀਤੀ ਹੈ। ਇਹ ਵੱਡਾ ਹਰਿਮੰਦਰ ਕੋਈ ਪਿੱਲਰ ਵਿੱਚ ਨਹੀਂ ਪਾਇਆ ਤੇ ਬਣਾ ਦਿੱਤਾ ਹੈ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਆਖਣ ਲੱਗੇ, ਉਹਨਾਂ ਦੇ ਨੇਤਰ ਭਰ ਆਏ ਸਨ। ਮੈਨੂੰ ਮਸਕੀਨ ਜੀਆਂ ਨੇ ਇਹ ਗੱਲ ਦੱਸੀ, ਉਹਨਾਂ ਦੇ ਨੇਤਰ ਭਰ ਆਏ ਤੇ ਆਖਣ ਲੱਗੇ, ਮੈਂ ਤਾਂ ਕੁਛ ਵੀ ਨਹੀਂ ਪੜ੍ਹਿਆ, ਮੈਨੂੰ ਤਾਂ ਕੁਛ ਵੀ ਨਹੀਂ ਆਉਂਦਾ, ਮੈਂ ਤਾਂ ਕਲਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਪਕੜਾ ਦਿੱਤੀ ਸੀ। ਫਿਰ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਲਕੀਰਾਂ ਪਾਈਆਂ ਨੇ, ਨਕਸ਼ਾ ਉਹਨਾਂ ਨੇ ਹੀ ਬਣਾਇਆ। ਵਾਕਈ ਸਾਧ ਸੰਗਤ ਜੀ, ਅਸੀਂ ਮਾਮੂਲੀ ਇਨਸਾਨ ਹਾਂ ਤੇ ਮਾਮੂਲੀ ਜਿਹਾ ਘਰ ਸਾਡਾ ਬਣਦਾ ਹੈ ਤੇ ਅਸੀਂ ਨਕਸ਼ਾ ਆਪਣੀ ਮਰਜ਼ੀ ਦਾ ਬਣਾਉਂਦੇ ਹਾਂ। ਤੇ ਸਾਰੇ ਅਨੰਤ ਬ੍ਰਹਿਮੰਡਾਂ ਦੇ ਮਾਲਕ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਘਰ ਬਣ ਰਿਹਾ ਹੋਵੇ ਤੇ ਨਕਸ਼ਾ ਉਹ ਆਪ ਬਣਾਉਣਗੇ ਕਿ ਕੋਈ ਹੋਰ ਬਣਾਵੇਗਾ? ਇਹ ਸਤਿਗੁਰੂ ਜੀ ਦੀ ਆਪਣੀ ਖੇਡ ਵਰਤਦੀ ਹੈ। ਸਾਰੀਆਂ ਸੁਵਿਧਾਵਾਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਸੋਹਣਾ ਇੱਕ ਵਿਦਿਆਲਾ ਵੀ ਇੱਥੇ ਬਣੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਤੇ ਇੱਕ ਬਹੁਤ ਵੱਡੀ ਇੱਥੇ ਯੂਨੀਵਰਸਿਟੀ ਦਾ ਵੀ ਨਿਰਮਾਣ ਹੋਵੇਗਾ। ਛੋਟੀਆਂ ਚੀਜ਼ਾਂ ਨਹੀਂ ਹੈਗੀਆਂ, ਪਰ ਜੈਕਾਰਾ ਬੁਲਾ ਲਓ ਪੂਰਾ। ਬਾਬਾ ਜੀ ਨੇ ਜੈਕਾਰਾ ਵਿੱਚ ਹੀ ਰੱਖ ਦਿੱਤਾ, ਜਿਵੇਂ ਸੈੱਲ ਮੁੱਕ ਜਾਂਦੇ ਨੇ ਨਾ। ਇੱਕ ਵਾਰੀ ਸਾਰੇ ਮਿਲ ਕੇ ਵੱਡਾ ਜੈਕਾਰਾ ਬੁਲਾਓ। ਪਹਿਲੇ ਆਖਿਆ ਜਾਂਦਾ, ਫਿਰ ਲਿਖਿਆ ਜਾਂਦਾ, ਫਿਰ ਸਾਹਮਣੇ ਆ ਜਾਂਦਾ। ਪਹਿਲੇ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖੇ, ਫਿਰ ਉਹ ਲਿਖਤ ਵਿੱਚ ਆ ਗਏ ਤੇ ਅੱਜ ਬਾਬਾ ਅਟਲ ਜੀ ਦੀ ਯਾਦ ਨੂੰ ਪ੍ਰਗਟ ਕਰਦਾ ਹੋਇਆ ਵੱਡਾ ਸਥਾਨ ਬਣਿਆ ਹੋਇਆ। ਐਸੇ ਤਰ੍ਹਾਂ ਹੀ ਇਹ ਖੇਡ ਗੁਰੂ ਦੀ ਵਰਤਦੀ ਹੈ ਤੇ ਗੁਰੂ ਆਪਣੇ ਸੇਵਕਾਂ ਤੋਂ ਸੇਵਾ ਲੈ ਲੈਂਦਾ। ਇਹ ਫੁੱਲਾਂ ਦੀ ਸੇਵਾ ਬਾਹਰ ਚੱਲਦੀ ਪਈ ਹੈ। ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਖ, ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਉਹ ਬਹੁਤ ਵੱਡੀ ਮਿਕਦਾਰ ਵਿੱਚ ਅੱਜ ਉਹਨਾਂ ਦੇ ਸੇਵਾਦਾਰ ਆਏ ਸਨ, ਦੱਸ ਕੇ ਗਏ ਨੇ ਬਈ ਕਲਕੱਤੇ ਨਰਸਰੀਆਂ ਵਿੱਚ ਜਾ ਰਹੇ ਆ ਤੇ ਸੋਹਣੇ ਸੋਹਣੇ ਫੁੱਲ ਤੇ ਵੇਲਾਂ ਲੈ ਕੇ ਆਉਣੀਆਂ, ਉਹ ਸਾਰੀਆਂ ਇੱਥੇ ਲੱਗ ਜਾਣੀਆਂ। ਔਰ ਪਹਿਲੇ ਵਿਚਾਰ ਵਿੱਚ ਹੁੰਦਾ, ਬੋਲਾਂ ਵਿੱਚ ਹੁੰਦਾ, ਫਿਰ ਲਿਖਿਆ ਜਾਂਦਾ, ਫਿਰ ਪ੍ਰਗਟ ਹੋ ਜਾਂਦਾ। ਤੇ ਵਰਤਦੀ ਸਾਰੀ ਗੁਰੂ ਦੀ ਕਲਾ ਹੈ, ਕਿਸੇ ਮਨੁੱਖ ਦਾ ਬਲ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ। ਅੱਜ ਵਾਕਈ ਬਾਬਾ ਅਟਲ ਸਾਹਿਬ ਜੀ ਦਾ ਸਥਾਨ ਸ਼ਹਿਰ 'ਚ ਸਭ ਤੋਂ ਵੱਡਾ ਹੈ ਤੇ ਸਭ ਤੋਂ ਮਹਾਨ ਹੈ। ਇੰਨੇ ਹੀ ਬਚਨ ਅੱਜ ਪ੍ਰਵਾਨ ਕਰਨੇ। ਇੱਕ ਦੋ ਪੰਕਤੀਆਂ ਹੋਰ ਸਰਵਣ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਹਾਂਜੀ। ਸਭ ਦਮੋਦਰੀ ਆਦਿਕ ਜੇਈ। ਸਾਧ ਸੰਗਤ ਜੀ, ਇੱਕ ਨਾਲ ਸੂਚਨਾ ਵੀ ਹੈ ਕਿ ਸਰਦਾਰ ਉਹ ਤੁਹਾਨੂੰ ਜਥੇਦਾਰ ਅਵਤਾਰ ਸਿੰਘ ਜੀ ਹਿੱਤੋਂ ਦੱਸ ਦੇਣਗੇ ਜੋ ਉਹਨਾਂ ਨੇ ਮੈਨੂੰ ਦਿੱਤੀ ਸੀ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰੋ। ਭੁੱਲਾਂ ਚੁੱਕਾਂ ਦੀ ਖਿਮਾਓ। 1.5 ਮਿੰਟ ਵਾਸਤੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ।
ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।